Alchemy, an ISO 9001:2015 certified company, manufacturer food, herbal and electro-homeopathic products. K56 Industrial Growth Center, Bathinda. Alchemy जो कि हर्बल प्रोडक्ट्स ਇਲੈਕਟ੍ਰੋ ਹੋਮਿਓਪੈਥਿਕ ਪ੍ਰੋਡਕਟਸ ਤਿਆਰ ਕਰਦੇ ਹੈ। ਹਰ ਮਹੀਨੇ ਡਾਕਟਰਸ ਦੇ ਨਾਲ ਇੱਕ ਮੰਥਲੀ ਮੀਟ ਕਰਦੇ ਨੇ। ਬੀਤੇ ਦਿਨੀ ਇਹ ਮੰਥਲੀ ਮੀਟ ਬਠਿੰਡਾ ਦੇ ਹੋਟਲ ਪਾਮ ਸਪ੍ਰਿੰਗ ਵਿਖੇ ਕਰਵਾਈ ਗਈ। ਅਲੱਗ-ਅਲੱਗ ਸਟੇਟਸ ਤੋਂ ਆ ਕੇ ਡਾਕਟਰਸ ਨੇ ਇਸ ਮੰਥਲੀ ਮੀਟ ਵਿੱਚ ਸ਼ਿਰਕਤ ਕੀਤੀ ਅਤੇ ਇਸ ਮੰਥਲੀ ਮੀਟ ਵਿੱਚ ਡਾਕਟਰਸ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਾਡੀ ਟੀਮ ਨੇ ਪ੍ਰੋਫੈਸਰ ਹਰਵਿੰਦਰ ਸਿੰਘ ਜੀ ਨਾਲ ਗੱਲਬਾਤ ਕੀਤੀ ਜੋ ਕਿ ਇਲੈਕਟ੍ਰੋ ਹੋਮਿਓਪੈਥੀ ਨੂੰ ਵਧਾਉਣ ਦੇ ਲਈ ਹਰ ਮਹੀਨੇ ਡਾਕਟਰਸ ਦੀ ਇੱਕ ਮੰਥਲੀ ਮੀਟ ਕਰਵਾਉਂਦੇ ਰਹਿੰਦੇ ਨੇ ਔਰ ਵੱਧ ਚੜ ਕੇ ਉਪਰਾਲਾ ਕਰ ਰਹੇ ਨੇ ਕਿ ਲੋਕਾਂ ਦੇ ਵਿੱਚ ਇਲੈਕਟ੍ਰੋ ਹੋਮਿਓਪੈਥੀ ਪਪੂਲਰ ਹੋਵੇ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ। ਪ੍ਰੋਫੈਸਰ ਹਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਇਲੈਕਟ੍ਰੋ ਹੋਮਿਓਪੈਥੀ ਕ੍ਰੋਨਿਕ ਤੋਂ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਦੇ ਲਈ ਬੇहद ਅਸਰਦਾਰ ਹੈ ਔਰ ਮਰੀਜ਼ਾਂ ਲਈ ਵਰਦਾਨ ਹੈ। ਆਓ ਨਜ਼ਰ ਮਾਰਦੇ ਹਾਂ ਐਲਕੈਮੀ ਮੰਥਲੀ ਮੀਟ ਦੀਆਂ ਕੁਝ ਝਲਕੀਆਂ ਤੇ। ਔਰ ਸਾਨੂੰ ਸਮਝਾਉਣ ਵਾਲੇ ਜੀ ਇਹ ਆ ਕਿ ਬਹੁਤ ਹੀ ਵਧੀਆ ਇਲੈਕਟ੍ਰੋਪੈਥੀ ਸਾਡੀਆਂ ਦਵਾਈਆਂ ਜਿਨ੍ਹਾਂ ਦੇ ਰਿਜ਼ਲਟ ਇਹ ਮੈਂ ਦੱਸ ਨਹੀਂ ਸਕਦਾ ਕਿ ਇੱਕੋ ਵਾਰੀ ਹੀ 20 ਦਿਨਾਂ ਦੇ ਵਿੱਚ ਹੀ ਉਹ ਬੰਦਾ ਠੀਕ ਹੋ ਗਿਆ। ਤੇ ਮੈਂ ਉਹਨੂੰ ਦੁਬਾਰਾ ਫੋਨ ਕਰਕੇ ਉਹਨੂੰ ਬੁਲਾਇਆ ਤੇ ਉਹਨੂੰ ਦਵਾਈ ਦੁਬਾਰਾ ਦਿੱਤੀ। ਉਹ ਕਹਿੰਦਾ ਪੈਸੇ ਹੈ ਨਹੀਂ ਮੇਰੇ ਕੋਲ। ਮੈਂ ਕਿਹਾ ਕੋਈ ਗੱਲ ਤੂੰ ਦਵਾਈ ਲੈ ਜਾ ਮੇਰੇ ਕੋਲੋਂ। ਉਹ ਦਵਾਈ ਵੀ ਕਿੰਨੇ ਦੀ ਸਾਰੀ 450 ਰੁਪਏ। ਜਦ ਕਿ ਉਹਨੇ ਕੈਂਸਰ ਹਸਪੀਟਲ ਦੇ ਵਿੱਚੋਂ ਉਸ ਵਾਲੇ ਕੈਂਸਰ ਹਸਪੀਟਲ ਵਿੱਚੋਂ ਕਿੰਨੀ ਵਾਰੀ ਇਲਾਜ ਕਰਾਇਆ 3-4 ਮਹੀਨੇ ਇੱਕ ਥਾਂ ਕਰਾਇਆ ਤੇ 2-3 ਮਹੀਨੇ ਇੱਕ ਥਾਂ ਕਰਾਇਆ। ਤੇ ਮੈਂ ਉਹਦੇ ਮੂੰਹ ਦੀ ਫੋਟੋ ਲਾ ਕੇ ਤੇ ਡਾਕਟਰ ਹਰਵਿੰਦਰ ਸਿੰਘ ਨੂੰ ਭੇਜ ਦਿੱਤੀ ਤੇ ਇਹਨਾਂ ਨੇ ਮੈਨੂੰ ਫਾਰਮੂਲਾ ਦਿੱਤਾ ਵੀ ਆਤਮਾ ਸਿੰਘ ਦੀ ਆਹ ਦਵਾਈਆਂ ਦੇ ਦੇ। ਉਹ ਦਵਾਈਆਂ 20 ਦਿਨਾਂ ਵਿੱਚ ਹੀ ਉਹਦਾ ਰਿਜ਼ਲਟ ਮੈਨੂੰ ਉਹ ਦੱਸਣ ਆ ਗਿਆ ਵੀ ਮੈਨੂੰ ਬਹੁਤ ਫਾਇਦਾ। ਦੂਜੀ ਵਾਰੀ ਮੈਂ ਉਹਨੂੰ ਧੱਕੇ ਦੇ ਨਾਲ ਆਪ ਇੱਕ ਵਾਰੀ ਬੁਲਾ ਕੇ ਤੇ ਉਹਨੂੰ ਦਵਾਈ ਦਿੱਤੀ ਤੇ ਹੁਣ ਉਹ ਬਿਲਕੁਲ ਠੀਕ ਆ। ਤੇ ਉਹਦਾ ਫਾਰਮੂਲਾ ਇਹ ਆ A1 ਲਿਖਣਾ ਕਹਿੰਦੇ ਲਿਖ ਲਓ ਬਈ C5 F1 S1 B6 ਇਹ ਖਾਣੇ ਤੋਂ ਪਹਿਲਾਂ। ਦੂਜਾ ਹੈਗਾ B1 B1 ਤੇ S1 ਤੇ ਸਲਾਸ ਇਹ ਖਾਣੇ ਤੋਂ ਬਾਅਦ। ਤੀਸਰਾ ਹੈਗਾ ਇਹਦੇ A2 C5 GE ਇਹਦੇ ਕੁਰਲੇ ਕਰਨੇ ਸੀ। ਡਾਕਟਰ ਸਾਹਿਬ ਨੇ ਦੱਸਿਆ ਵੀ ਇਹਦੇ ਕੁਰਲੇ ਕਰਾ ਦੇ। ਉਹਦੇ ਉਹ ਮਾਸ ਦਾ ਟੁਕੜਾ ਜਿਹਾ ਸੀ ਉਹ ਚਿੱਟਾ ਹੋਇਆ ਸੀ ਬਿਲਕੁਲ। ਇਹ ਇੱਥੇ ਤੁਹਾਡੇ ਕੋਲ ਇਹਦੇ ਵਿੱਚ ਦੀਦਾ ਨਹੀਂ ਤਾਂ ਮੇਰੇ ਕੋਲ ਫੋਟੋ ਉਹਦੇ ਨਾਲ ਜਾਂਦੇ ਹੋਏ ਲਾ ਕੇ ਮੂੰਹ ਦੇ ਵਿੱਚ ਜਾਂਦੇ ਜਦੋਂ ਪਹਿਲਾਂ ਸੀ ਵਿੱਚ ਉਹਦੇ ਜਦੋਂ ਬਾਅਦ ਚ ਉਹਦੇ ਫਿਰ 15 ਦਿਨ ਦੇ ਬਾਅਦ 20 ਦਿਨ ਦੇ ਬਾਅਦ ਦੀ ਫੋਟੋ ਲਾ ਕੇ ਉਹ ਵੀ ਨਾਲ ਲੈ ਕੇ ਆਉਂਦੇ ਵੀ ਤੁਹਾਨੂੰ ਸਾਰਿਆਂ ਨੂੰ ਦੱਸੂਗਾ ਵੀ ਇੰਨੇ ਵਧੀਆ ਰਿਜ਼ਲਟ ਇਹਨਾਂ ਦਵਾਈਆਂ ਦੇ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਭਰਾਵਾਂ ਨੂੰ ਮੇਰਾ ਨਾਮ ਡਾਕਟਰ ਸੁਜੀਤ ਕੁਮਾਰ ਪਰਿੰਜਾ ਬਰਾਉਨ ਲੁਧਿਆਣਾ। ਮੈਂ ਬੇਸਿਕਲੀ ਆਕੂਪ੍ਰੈਸ਼ਰ ਤੇ ਕੰਮ ਕਰਦਾ ਹਾਂ। ਵਿਚਾਰਾ 2-3 ਸਾਲ ਤੋਂ ਮੈਂ ਇਲੈਕਟ੍ਰੋਮੈਗਨੈਟਿਕ ਨਾਲ ਜੁੜਿਆ ਹਾਂ। ਇਹਦੇ ਨਾਲ ਮੈਡੀਸਨ ਦਾ ਜਿੰਨਾ ਆਕੂਪ੍ਰੈਸ਼ਰ ਦੇ ਨਾਲ ਬਹੁਤ ਵਧੀਆ ਰਿਜ਼ਲਟ ਆ ਰਹੇ। ਇੱਕ ਮੇਰੇ ਕੋਲ ਪੇਸ਼ੈਂਟ ਆਇਆ ਜੀ 1 ਸਾਲ ਪਹਿਲਾਂ ਬੱਚਾ ਉਹਦੇ ਹਾਰਟ ਦੇ ਵਿੱਚ ਪ੍ਰੋਬਲਮ ਸੀ 6 ਔਰ ਉਹਦਾ ਸਿਰ ਬੜਾ ਹੋ ਜਾਂਦਾ ਸੀ। ਜ਼ਰੂਰਤ ਤੋਂ ਜ਼ਿਆਦਾ ਬੜਾ ਸਿਰ ਉਹਦਾ ਹੋ ਗਿਆ ਸੀ। ਉਹਨੂੰ ਮੈਂ ਮੈਡੀਸਨ ਦਿੱਤੀ ਤੇ ਉਹਦੇ ਨਾਲ 1 ਮਹੀਨੇ ਦੇ ਅੰਦਰ ਅੰਦਰ ਉਹਦਾ ਸਿਰ ਜਿਹੜਾ ਸੀ ਨਾਰਮਲ ਸਾਈਜ਼ ਆ ਗਿਆ ਇਲੈਕਟ੍ਰੋਮੈਗਨੈਟਿਕ ਮੈਡੀਸਨ। ਉਹ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ। ਦੂਸਰਾ ਆਕੂਪ੍ਰੈਸ਼ਰ ਦੇ ਵਿੱਚ ਜਦੋਂ ਕਿਸੇ ਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੈ, ਸਿਰ ਦਰਦ ਕਰਦਾ, ਚੱਕਰ ਆਉਂਦੇ, ਦਵਾਈਆਂ ਖਾ ਕੇ ਥੱਕ ਗਿਆ, ਸਿਰ ਦਰਦ ਕਰਨਾ ਨਹੀਂ ਹਟਦਾ, ਚੱਕਰ ਆਉਣਾ ਨਹੀਂ ਹਟਦਾ, ਪਹਿਲੇ ਦਿਨ ਪਤਾ ਲੱਗੂਗਾ ਇੱਕ ਵਾਰੀ ਟ੍ਰੀਟਮੈਂਟ ਕਰਨਾ। ਇੰਨੇ ਵਧੀਆ ਆਪਣੇ ਰਿਜ਼ਲਟ ਹੈ ਇਹ ਆਕੂਪ੍ਰੈਸ਼ਰ ਦੇ ਉੱਤੇ। ਤੇ ਬਾਕੀ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਡਾਕਟਰ ਸਾਹਿਬ ਹਰਵਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਇੱਥੇ ਮੈਨੂੰ ਬੁਲਾਇਆ ਟ੍ਰੇਨਿੰਗ ਵਾਸਤੇ। ਅੱਜ ਮੈਂ ਅੰਦਰ ਟ੍ਰੇਨਿੰਗ ਹੈ ਮੈਨੂੰ ਇੰਨਾ ਜ਼ਿਆਦਾ। ਟੀਵੀ ਦੇ ਉੱਤੇ ਸਾਡੇ ਡਾਕਟਰ ਦੀ ਇੰਟਰਵਿਊ ਚੱਲ ਰਹੀ ਸੀ। ਸਾਥੀਓ ਇੱਥੇ ਸਿੱਖਣ ਆਉਣੇ ਬਾਰ-ਬਾਰ ਤੁਹਾਨੂੰ ਇਹ ਕਹਿੰਦੇ ਵੀ ਇੱਥੇ ਸਿੱਖੋ। ਸਿੱਖਣ ਦਾ ਮਤਲਬ ਕੀ ਹੈ? ਪਹਿਲਾਂ ਆਪਾਂ ਨੂੰ ਇਲੈਕਟ੍ਰੋ ਹੋਮਿਓਪੈਥੀ ਨਹੀਂ ਪਤਾ। ਬੜੇ ਦੁੱਖ ਦੀ ਗੱਲ ਹੈ ਕਿ ਮੈਂ ਉਹ ਡਾਕਟਰ ਸਾਹਿਬ ਨੂੰ ਪਤਾ ਕੀ ਬੋਲ ਰਹੇ ਸੀ ਬਾਰ-ਬਾਰ। ਪੱਤਰਕਾਰਾਂ ਨੂੰ ਸਵਾਲ ਕਰ ਰਹੇ ਇਲੈਕਟ੍ਰੋਪੈਥੀ ਕੀ ਹੈ? ਇਲੈਕਟ੍ਰੋਪੈਥੀ ਕੁਛ ਨਹੀਂ ਹੈ। ਇਲੈਕਟ੍ਰੋ ਹੋਮਿਓਪੈਥਿਕ ਡਾਕਟਰ ਤੁਸੀਂ पूरे वर्ल्ड ही नहीं बोल रहे
ਕੀ ਸਮਝਾਓਗੇ? ਕੱਲ੍ਹ ਨੂੰ ਤੁਹਾਡੇ ਕੋਲੇ ਕੋਈ ਹੈਲਥ ਡਿਪਾਰਟਮੈਂਟ ਦਾ ਬੰਦਾ ਆ ਕੇ ਤੁਹਾਨੂੰ ਪੁੱਛਦਾ ਵੀ ਇਹ ਕੀ ਇਲੈਕਟ੍ਰੋਪੈਥੀ ਕੀ ਹੈ? ਇਲੈਕਟ੍ਰੋਪੈਥੀ ਕੋਈ ਪੈਥੀ ਨਹੀਂ ਹੈ, ਇਲੈਕਟ੍ਰੋ ਹੋਮੋਪੈਥੀ ਇਹਦਾ ਕਹਿ ਸਕਦੇ ਇਲੈਕਟ੍ਰੋ ਹੋਮੋਪੈਥਿਕ ਡਾਕਟਰ ਹੋ ਤੁਸੀਂ। ਤਾਂ ਇਹਨਾਂ ਦੇ ਜ਼ਰੂਰ ਯਾਦ ਰੱਖਿਓ ਉਸ ਗੱਲਾਂ ਜਿਹੜੀਆਂ ਉਹ ਸਿੱਖਣਯੋਗ ਹੁੰਦੀਆਂ। ਪਹੁੰਚੋ ਸਤਿਕਾਰਯੋਗ ਡਾਕਟਰ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹਰਸਿੰਘ ਸਿੰਘ ਹੈ ਜੀ। ਅਗਸਤ 2021 ਦੇ ਵਿੱਚ ਹੀ ਮੈਂ ਐਲਕੈਮੀ ਨਾਲ ਜੁੜਿਆ ਸੀ। ਹਾਲਾਂਕਿ ਮੈਂ ਪਿੰਡ ਵਿੱਚ ਪ੍ਰੈਕਟਿਸ ਕਰਦਾ ਪਿਛਲੇ 15-16 ਸਾਲ ਤੋਂ। ਵਧੀਆ ਰਿਜ਼ਲਟ ਪੈਂਦੇ ਆ ਮੈਡੀਸਨ ਦੇ। ਇੱਕ ਤਾਂ ਰਿਜ਼ਲਟ ਫਰੈਸ਼ ਹੀ ਹੈ ਸਰ। ਮੈਂ ਗਰੁੱਪ ਵਿੱਚ ਪਾਇਆ ਜੀ ਉਹ आप ऐसे क्यों चल रहे हैं थोड़ा यार डिस्कस कर दो शुरू हो ठीक है। ਇੱਕ ਪੇਸ਼ੈਂਟ ਸੀਗਾ, ਉਹ ਲੇਡੀ 'ਚ ਉਹਨਾਂ ਦੇ ਦਰਦ ਹੁੰਦਾ ਰਹਿੰਦਾ ਸੀਗਾ ਪੇਟ 'ਚ, ਤੇ ਮੇਰੇ ਕੋਲ ਮੈਡੀਸਨ ਲੈਂਦੇ ਸੀ ਉਹ ਪਹਿਲਾਂ ਵੀ, ਤੇ ਮੈਂ ਉਹਨੂੰ ਕਿਹਾ ਵੀ ਤੁਸੀਂ ਅਲਟਰਾਸਾਊਂਡ ਕਰਵਾ ਕੇ ਦੇਖੋ। ਜਦੋਂ ਉਹਨਾਂ ਨੇ ਅਲਟਰਾਸਾਊਂਡ ਕਰਵਾਈ ਤਾਂ ਯੂਟਰਨ ਫਾਈਬਰਾਈਡ ਉਹਨਾਂ ਨੂੰ ਆਈਆਂ, ਤੇ ਉਹਨਾਂ ਨੂੰ ਮੈਂ ਕਿਹਾ ਵੀ ਆਪਣਾ ਫਾਰਮੂਲੇਸ਼ਨ ਜਿਹੜੀ ਸਰ ਨੇ ਦਿੱਤੀ ਹੋਈ ਆ ਉਹ ਅਸੀਂ ਚਲਾ ਲਈ। थोड़ा यार किसी डिस्कस कर लो कि हाँ, वो बताइए। क्या करना 10 लोग की ਅਸੀਂ ਮੈਡੀਸਨ 15 ਦਿਨਾਂ ਦੀ ਦੇ ਦਿੱਤੀ ਪਹਿਲਾਂ ਪੇਸ਼ੈਂਟ ਨੂੰ। ਉਹਨਾਂ ਨੇ ਮੈਡੀਸਨ ਲੈ ਲਈ, ਉਹਨਾਂ ਨੂੰ ਕਾਫੀ ਦਰਦ ਤੋਂ ਵੀ ਰਿਲੀਫ ਮਿਲਿਆ ਜੀ। ਪਰ ਆਪਣੇ ਪਿੰਡਾਂ 'ਚ ਕੁਛ ਹੁੰਦਾ ਹੈ, ਆਂਢ ਗੁਆਂਢ ਜਿਵੇਂ ਬੁੜੀਆਂ ਕਹਿਣ ਲੱਗ ਗਿਆ ਉਹਨੂੰ ਵੀ ਇਹ ਤਾਂ ਤਣੇ ਲਾ ਜਾਣੀਆਂ, ਇਹ ਤੇਰੇ ਕੈਂਸਰ ਹੋ ਜੂਗਾ, ਉਹਨੂੰ ਡਰਾਉਣਾ ਸ਼ੁਰੂ ਕਰਤਾ। ਜਿਹੜੀ ਆਮ ਹੀ ਹੁੰਦਾ ਆਪਣੇ ਘਰਾਂ 'ਚ, ਪਤਾ ਦੇ ਨਾਲ ਡਰਾ ਦਿੰਦੇ। ਤਾਂ ਉਹ ਅੱਜ ਵੀ ਮੈਂ ਤਾਂ ਆਪਰੇਸ਼ਨ ਕਰਵਾਉਣਾ। ਉਹ ਜਦੋਂ ਪਹਿਲੀ 15 ਦਿਨ ਦੀ ਦਵਾਈ ਖਾ ਲਈ, ਦੂਜੀ ਦਵਾਈ ਵੀ ਸਟਾਰਟ ਕਰਤੀ ਉਹਨਾਂ ਨੇ। ਉਹਦੇ ਘਰ ਵਾਲਾ ਮੈਨੂੰ ਕਹਿੰਦਾ ਵੀ ਇਹ ਨਹੀਂ, ਕਹਿੰਦਾ ਹੱਡੀ ਦਾ ਆਪਰੇਸ਼ਨ ਕਰਵਾਉਗੀ, ਆਪਾਂ ਚਲੋ ਵਿਖਾ ਆਉਂਦੇ ਜੀ। ਮੈਂ ਕਿਹਾ ਜੀ ਚਲੋ ਠੀਕ ਹੈ। ਅਸੀਂ ਬਠਿੰਡਾ ਜੈਮ ਹਸਪੀਟਲ ਆ ਗਏ। ਉੱਥੇ ਡਾਕਟਰ ਸਾਹਿਬ ਨੂੰ ਅਸੀਂ ਰਿਪੋਰਟਾਂ ਪਾਈਆਂ, ਡਾਕਟਰ PS ਭੰਡਾਰੀ ਗਈ ਮੁਕਤਸਰ ਤੋਂ। ਤਾਂ ਡਾਕਟਰ ਸਾਹਿਬ ਕਹਿੰਦੇ ਵੀ ਇਹ ਤਾਂ ਆਪਰੇਸ਼ਨ ਹੀ ਕਰਨਾ ਪਊਗਾ, ਤੇ ਕੋਈ ਗੱਲ ਨਹੀਂ ਤੁਸੀਂ ਐਡਮਿਟ ਹੋ ਜਾਓ, ਕਰ ਦਿੰਦੇ ਆ। ਸਤਿ ਸ੍ਰੀ ਅਕਾਲ। ਮੈਨੂੰ ਤਾਂ ਬਾਈ ਜੀ ਐਵੇਂ ਡਿਊਟੀ ਦੇ ਦਿੰਦੇ ਹੈਗੇ। ਮੈਂ ਤਾਂ ਹੋ ਸਕਦਾ ਤੁਹਾਡੇ ਤੋਂ ਵੀ ਬਹੁਤ ਥੱਲੇ ਹੋਵਾਂ ਜੀ। ਨਵਾਂ ਜਿਹਾ ਬੰਦਾ ਮੈਨੂੰ ਬਾਹਲੀ ਨਹੀਂ ਦੱਸਦਾ ਕਿ ਮੈਂ ਤਾਂ ਜੇ ਕੋਈ ਮਰੀਜ਼ ਆਉਂਦਾ ਮੈਂ ਨਰਸ ਵਾਲੀ ਗੱਲ ਕਰ ਲੈਂਦਾ ਉਹਦਾ। ਤੇ ਪਿੱਛੇ ਜੇ ਇੱਕ ਮੇਰੇ ਕੋਲ ਮਰੀਜ਼ ਆਇਆ ਸੀਗਾ, ਪਰਸੋਂ ਚੌਥੇ ਦੀ ਗੱਲ ਹੈ, ਰਾਤ ਨੂੰ ਉਹ ਬਾਹਰੋਂ ਆਏ ਸੀ ਫੋਰਨ ਦੇ ਵਿੱਚੋਂ। ਤੇ ਜਦੋਂ ਇੱਥੇ ਆਏ ਤੇ ਉਹਨਾਂ ਨੂੰ ਖੰਘ ਹੋਣ ਲੱਗੀ, ਕੋਈ ਫੂਡ ਦਾ ਹੋ ਗਿਆ, ਚੇਂਜਸ ਹੋ ਗਿਆ ਪਾਣੀ ਵਗੈਰਾ ਦਾ। ਆਸਟ੍ਰੇਲੀਆ 'ਚੋਂ ਆਏ ਸੀਗੇ। ਤੇ ਉਹ ਪਹਿਲਾਂ ਨਿਹਾਲ ਸਿੰਘ ਵਾਲੇ ਸਾਡੇ ਮੰਡੀ ਡਾਕਟਰ ਵਾਲੇ ਐਮਬੀਬੀਐਸ ਉਹਦਾ ਕੋਲ ਗਏ, ਤੇ ਉੱਥੋਂ ਨਹੀਂ ਠੀਕ ਹੋਇਆ। ਜਦ ਰਾਤ ਨੂੰ ਐਮਰਜੈਂਸੀ ਫਿਰ ਪਿੰਡ ਵਾਲੇ ਡਾਕਟਰ ਕਹਿੰਦੇ ਕੰਮ ਆਉਂਦੇ ਆ, ਤੇ ਮੇਰੇ ਕੋਲ ਆਇਆ ਤੇ ਮੈਂ ਇੰਜੈਕਸ਼ਨ ਵਗੈਰਾ ਲਾਇਆ। ਤੇ ਉਹਨਾਂ ਦੀ ਖੰਘ ਹੀ ਨਹੀਂ ਟਕ ਰਹੀ ਸੀ, ਬਹੁਤ ਜ਼ਿਆਦਾ ਮੀਂਜ ਕੇ ਖੰਘ ਲਗਾਤਾਰ ਹੀ ਆ ਰਹੀ ਸੀ। ਮੈਂ ਸਟੀਮ ਦਿੰਦਾ ਸੀ, ਉਹਨੂੰ ਤਾਂ ਸਟੀਮ ਨਹੀਂ ਚੱਲੀ ਜਾ ਰਹੀ ਸੀ। ਫਿਰ ਅਸੀਂ ਤਾਂ ਪਾਣੀ ਦੀ ਸਟੀਮ ਦੇ ਕੇ ਦੇਖਦੇ ਚੱਲੇ ਜੀ। ਜਦੋਂ ਉਹ ਦਿੰਦੇ ਸੀ ਉਹਦੇ ਨਾਲ ਵੀ ਉਹਨਾਂ ਦੀ ਜਿਹੜੀ ਵੋਲਯੂਮ ਸੀ ਉਹ ਪੱਟੀ ਜਾਂਦੀ ਸੀ, ਤਾਂ ਉਹ ਵੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਸੀ। ਤੇ ਫਿਰ ਮੈਂ ਸੋਚਿਆ ਵੀ ਕੀ ਕਰੀਏ। ਫਿਰ ਮੇਰੇ ਦਿਮਾਗ 'ਚ ਆਇਆ ਕਿ ਆਪਾਂ ਇਲੈਕਟ੍ਰੋਪੈਥੀ ਆਪਣੇ ਕੋਲ ਹੈਗਾ, ਆਪਾਂ ਚਲਾਵਾਂ। ਮੈਂ 10-15 ਟੀ ਵਰਤੀਆਂ, 10 ਐਸ ਵਰਤੀਆਂ, ਤੇ 10 ਹੀ ਡਬਲ ਟੀ ਦੀਆਂ ਪਾ ਕੇ ਡਾਇਰੈਕਟ ਹੀ ਪਾ ਦਿਆ ਜੀਭ ਤੇ। ਤੇ ਬਸ ਜਿਹੜੀ ਖੰਘ ਹੋਣੀ ਪਹਿਲਾਂ ਆ ਗਈ, ਮੁੜ ਕੇ ਉਹਨਾਂ ਨੂੰ ਖੰਘ ਨਹੀਂ ਆਈ। ਤੇ ਇਸ ਕਰਕੇ ਇਹ ਮੈਂ ਦੇਖਿਆ ਵੀ ਚਮਤਕਾਰ ਹੋਇਆ। P1 S1 ਡਬਲ ਜੂਹੀ ਇਹਦੀਆਂ 10 ਮੁੰਡਾ ਸਿੱਧਾ ਇੱਕ ਸਟੈਂਡ ਵਾਲੇ ਪਾਤੀ, ਤੇ ਉਹ ਮਰੀਜ਼ ਦੀ ਰਾਤ ਲੰਘ ਗਈ, ਤੇ ਮੁੜ ਕੇ ਦੂਜੇ ਦਿਨ ਉਹ ਵੈਸੇ ਹੀ ਕਵਰ ਕਰ ਗਿਆ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਵੱਡਾ ਹੋਵੇਗਾ ਪ੍ਰੋਫੈਸਰ ਹਰਵਿੰਦਰ ਜੀ ਦਾ, ਜਿਨ੍ਹਾਂ ਦੀ ਬਦੌਲਤ ਆਪਾਂ ਅੱਜ ਹਰੇਕ ਮਹੀਨਾ ਵਾਰ ਮੀਟਿੰਗ ਤੇ ਮਿਲਦੇ ਹਾਂ ਔਰ ਵਧੀਆ ਐਜੂਕੇਸ਼ਨ ਮਿਲਦੀ ਹੈ। ਔਰ ਸਭ ਤੋਂ ਪਹਿਲੀ ਵੱਡੀ ਗੱਲ ਹੈਗੀ ਹੈ ਕਿ ਮੇਰੀ ਰਿਜ਼ਲਟ ਹੀ ਬਹੁਤ ਬਾਕਮਾਲ ਨੇ। ਜਿਹੜੇ ਵੀ ਪੇਸ਼ੈਂਟ ਨੂੰ ਦਿੰਦੇ ਆਪਾਂ ਐਂਟੀਬਾਇਓਟਿਕ ਬਿਲਕੁਲ ਠੀਕ ਹੋ ਜਾਂਦੇ ਜੀ। 40 ਹਸਪਤਾਲ ਤੋਂ ਇੱਕ ਪੇਸ਼ੈਂਟ ਮੇਰੇ ਕੋਲ ਪਹੁੰਚਿਆ ਸੀਗਾ 5 ਦਿਨ ਪਹਿਲਾਂ। ਉਸਨੇ ਜਿਹੜੇ ਰਿਪੋਰਟਸ ਵਗੈਰਾ ਵੈਰੀਫਾਈ ਕੀਤੀ, ਸਿੱਧੇ ਟੈਸਟ ਸੀ ਪਲੱਸ ਲੀਵਰ ਬਹੁਤ ਜ਼ਿਆਦਾ ਅਫੈਕਟ ਸੀਗਾ ਜੀ। 40 ਹਸਪਤਾਲ ਤੋਂ ਟ੍ਰੀਟਮੈਂਟ ਚੱਲਦੇ ਆ ਉਹ ਘੱਟੋ ਘੱਟ 2 ਸਾਲ ਹੋ ਗਏ ਜੀ। ਪੇਸ਼ੈਂਟ ਨੂੰ 1% ਵੀ ਰਿਲੀਫ ਨਹੀਂ ਸੀ, ਪੇਨ ਬਹੁਤ ਜ਼ਿਆਦਾ ਹੋ ਰਹੀ ਸੀ। ਸੋ ਵਿਦਿਨ 6 ਦਿਨ ਹੀ ਹੋਏ ਆ ਜੀ। ਕੱਲ੍ਹ ਕਾਲ ਆਈ ਆ 50% ਤੋਂ ਉੱਤੇ ਉਹਨਾਂ ਨੂੰ ਫਰਕ ਹੈਗਾ ਜੀ। ਜਦੋਂ ਮੇਰੇ ਕੋਲ ਪਹੁੰਚਿਆ ਪੇਨ ਬਹੁਤ ਜ਼ਿਆਦਾ ਸੀ, ਉਹਨਾਂ ਨੂੰ ਕੰਪਰੈਸ ਕਰਤਾ, ਸਭ ਤੋਂ ਪਹਿਲੀ ਵੱਡੀ ਗੱਲ ਸਪਰੇਅ ਦਿੱਤੀ। ਉਸੇ ਟਾਈਮ ਸਪਰੇਅ ਦਿੱਤੀ, ਵਿਦਿਨ 15 ਤੋਂ 20 ਮਿੰਟ ਦੇ ਵਿੱਚ ਦਰਦ ਜਿਹੜਾ ਸੀਗਾ ਉਹ ਸਟਾਪ ਹੋ ਗਿਆ। ਜਿਹੜੀ ਫਾਰਮੂਲੇਸ਼ਨ ਇਹਨਾਂ ਆਪਾਂ ਦਿੱਤੀ ਹੈਗੀ ਆ, ਇੱਕ ਲੀਵਰ ਦੇ ਉਹਨਾਂ ਦਾ ਅਸਰ ਸੀ, ਇੱਕ ਐਕਸਲ ਦੇ ਲਗਾਈ ਹੈ, ਔਰ ਦੂਸਰਾ ਜਿਹੜਾ ਪਿੱਤੇ ਦਾ ਫਾਰਮੂਲਾ ਹੈਗਾ, ਜਿਹੜਾ ਸੌਰੀ ਗੋਲਸਟੋਨ ਦਾ। मैं थोड़े दिन तो एक रिजल्ट लिया से किडनी फेलियर का पेशेंट सी मेरे को वो
ਬਿਲਕੁਲ ਉਦੋਂ ਹਸਪੀਟਲ ਤੋਂ ਜਵਾਬ ਦੇ ਦਿੱਤਾ ਸੀ ਤੇ ਡਾਕਟਰ ਨੂੰ ਆਖਿਆ ਸੀ ਕਿ ਤੁਸੀਂ ਇਹਨੂੰ ਘਰ ਲੈ ਜਾਓ ਤੇ ਇਹਦੀ ਸੇਵਾ ਵਗੈਰਾ ਕਰੋ। ਉਮਰ ਵੀ ਉਹਦੀ ਸਿਰਫ 32 ਦੇ ਆਸ-ਪਾਸ ਸੀ ਤੇ ਮੈਂ ਉਹ ਮੇਰੇ ਕੋਲ ਲੈ ਕੇ ਆ ਕੇ ਆਂਦੇ ਵੀ ਕੀ ਕਰੀਏ ਮੈਮ ਜੀ। ਮੈਂ ਫਿਰ ਉਹਨਾਂ ਨੂੰ ਆਪਣਾ ਫਾਰਮੇਸ਼ਨ ਦਿੱਤੀ ਸੀ ਕੁਛ, ਵੈਸੇ ਤਾਂ ਆਪਣੀ ਬੁੱਕ ਦੇ ਉੱਪਰ ਹੀ ਹੈ ਕਿਡਨੀ ਫੇਲਿਅਰ ਦੀ। ਬਾਕੀ ਮੈਂ ਉਹਨਾਂ ਨੂੰ ਫਾਰਮੇਸ਼ਨ ਦਿੱਤੀ ਸੀ S2 L1 and B, C6 plus BAN1 and yellow, D5 ਦੇ ਵਿੱਚ ਇੱਕ S6 C6 and S5 ਔਰ S10 ਇਹ ਵੀ D5 ਦੇ ਵਿੱਚ, ਇੱਕ C17 ਕੱਲਾ ਮੈਂ D4 ਦੇ ਵਿੱਚ ਉਹਨਾਂ ਨੂੰ ਰਿਪੀਟ ਕਰਵਾਇਆ ਸੀ ਨਾਲ, ਪਲੱਸ ਉਹਨਾਂ ਨੂੰ ਐਪਰਾਲਿਕ ਦਿੱਤੀ ਸੀ ਆਪਣੀ ਐਂਟੀਵਿਰਲ। ਉਹਦੇ ਨਾਲ 3 ਦਿਨ ਦੇ ਵਿੱਚ ਉਹ ਇਨਸਾਨ ਜਿਹੜਾ ਜਿਹਦੇ ਅੰਦਰ ਪਾਣੀ ਦੀ ਬੂੰਦ ਵੀ ਨਹੀਂ ਸੀ ਜਾ ਰਹੀ, ਉਹ ਰੋਟੀ ਵੀ ਖਾਣ ਲੱਗ ਪਿਆ ਤੇ ਆਪਣੇ ਪੈਰਾਂ ਤੇ ਚੱਲ ਕੇ ਲੱਗਿਆ। ਮੇਰਾ ਨਾਮ ਹਰਜਿੰਦਰ ਹੈ ਔਰ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ। ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਥੈਂਕਸ ਕਰਦਾ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਖੜਾ ਕਰਤਾ ਜੀ। ਡਾਕਟਰੀ ਲਾਈਨ ਹੈ ਨਹੀਂ ਸੀ ਮੇਰੀ, ਬਟ ਪ੍ਰੋਫੈਸਰ ਸਾਹਿਬ ਨੇ ਡਾਕਟਰ ਬਣਾਤਾ ਜੀ। ਮੈਂ ਇੱਕ ਜਿਹੜਾ ਕਿ ਸਭ ਤੋਂ ਪਹਿਲਾਂ ਜਿਵੇਂ ਕਹਿੰਦੇ ਨੇ ਕਿ ਰਿਜ਼ਲਟ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ, ਠੀਕ ਹੈ। ਮੈਂ ਆਪਣਾ ਦੱਸ ਦਿਆਂ ਕਿ ਮੈਂ ਪਹਿਲਾਂ ਨੈਟਵਰਕਿੰਗ ਤੋਂ ਆਈ। ਮੈਂ 3 ਸਾਲ ਨੈਟਵਰਕਿੰਗ ਕੀਤੀ ਆਪਣੀ ਸਟੱਡੀ ਤੋਂ ਬਾਅਦ, ਬਟ ਨੈਟਵਰਕਿੰਗ 'ਚ ਬਹੁਤ ਕੁਝ ਨਹੀਂ ਸਿਖਾਇਆ ਜਾਂਦਾ ਜੋ ਮਤਲਬ ਇਹ ਮੈਨੂੰ ਸਿੱਖਣ ਨੂੰ ਮਿਲਿਆ। ਕੀ ਹੁੰਦਾ ਹੈ ਕਿ ਮੈਂ ਇਸ ਪ੍ਰੋਫੈਸਰ ਸਾਹਿਬ ਤੋਂ ਮਿਲਿਆ, ਪ੍ਰਭਾਵਿਤ ਹੋਇਆ ਸਿਸਟਮ ਨੂੰ ਕਿਵੇਂ। ਮੇਰੇ ਵਾਈਫ ਨੂੰ ਗਾਲ ਬਲੈਡਰ ਸਟੋਨ ਹੋ ਗਈ ਸੀ ਮਲਟੀਪਲ 3.5 mm। ਮੈਂ ਆਪਣੇ ਮਤਲਬ ਘਰ ਤੋਂ ਹੀ ਰਿਜ਼ਲਟ ਲਿਆ ਪਹਿਲਾਂ, ਔਰ ਰਿਜ਼ਲਟ ਚ ਕੀ ਸੀ ਕਿ ਮੇਰਾ ਬ੍ਰਦਰ ਛੋਟਾ ਮੈਡੀਕਲ ਸਟੋਰ ਕਰਦਾ ਜੀ, ਕਿਉਂਕਿ ਘਰ ਚ ਡਾਕਟਰ ਹੀ ਸੀ। ਔਰ ਉਹਨਾਂ ਨੇ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਅਲਟਰਾਸਾਊਂਡ ਕਰਾਉਣ ਜਾਂਦੇ ਆ ਪਹਿਲਾਂ ਤਾਂ ਉਹੀ ਗੱਲ ਕਹਿ ਦਿੰਦੇ ਜੀ, ਉਹੀ ਡਰਾ ਦਿੰਦੇ ਆ ਜੀ ਤੁਹਾਡਾ ਤਾਂ ਪਿੱਤਾ ਫੁੱਲ ਹੋ ਗਿਆ ਜੀ, ਤੁਹਾਨੂੰ ਤਾਂ ਆਪਰੇਟ ਜਲਦੀ ਕਰਵਾ ਲੈਣਾ ਚਾਹੀਦਾ ਜੀ। ਤਾਂ ਇਦਾਂ ਦੀ ਸਿਚੁਏਸ਼ਨ ਮੇਰੇ ਘਰ ਚ ਅੱਜ ਤੋਂ ਲਗਭਗ 11 ਮਹੀਨੇ ਪਹਿਲਾਂ ਬਣੀ ਸੀ ਜੀ। ਬਾਰ-ਬਾਰ ਮਤਲਬ ਬੀਪੀ ਲੋ ਹੋ ਜਾਣਾ, ਉਲਟੀ ਆਣੀ, ਸਭ ਕੁਝ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ। ਔਰ ਥੈਂਕਸ ਕਰਦਾ ਡਾਕਟਰ ਸਾਹਿਬ ਦਾ ਜਿਨ੍ਹਾਂ ਨਾਲ ਮੈਂ ਜੁੜਿਆ ਸੀ। ਉਸ ਟਾਈਮ ਜ਼ਿਆਦਾ ਨਹੀਂ ਸੀ ਮੈਨੂੰ ਇੰਨਾ ਪਤਾ, ਬਟ ਮੇਰੇ ਨਾਲ ਐਦਾਂ ਦੀ ਘਟਨਾ ਹੋਈ ਕਿ ਆਪਰੇਟ ਤੋਂ 1 ਦਿਨ ਪਹਿਲਾਂ ਮੈਂ ਇੱਥੇ ਪਹੁੰਚ ਗਿਆ ਸੀ। ਬ੍ਰਦਰ ਛੋਟਾ ਹੈ, ਉਹ ਕਹਿੰਦੇ ਇਹਦਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ, ਕਿਉਂਕਿ ਉਹ ਐਲੋਪੈਥੀ ਡਾਕਟਰ ਦੇ ਜੀ, ਇਹਦਾ ਕੋਈ ਹੱਲ ਨਹੀਂ, ਕਹਿੰਦੇ ਇੱਕੋ ਹੱਲ ਹੈ ਜੀ ਇਹਦਾ ਆਪਰੇਟ। ਉਹਨਾਂ ਨੇ ਇੱਕ ਨਾਈਟ ਕੀ ਕੀਤਾ, ਮੈਨੂੰ ਕਹਿੰਦੇ ਵੀ ਮੈਂ ਆਸ਼ੀਰਵਾਦ ਹਸਪੀਟਲ ਮੁਕਤਸਰ ਤੋਂ ਡਾਕਟਰ ਸਾਹਿਬ ਤੋਂ ਨੰਬਰ ਲਵਾ ਲਿਆ ਜੀ, ਆਪਾਂ ਸਵੇਰੇ ਲਗਭਗ 7 ਵਜੇ ਉੱਥੇ ਪਹੁੰਚਣਾ ਜੀ ਔਰ ਆਪਰੇਟ ਕਰਵਾਉਣਾ ਜੀ। थैंक्स करता है जो हर बार अपनी जिम्मेवारी को संभाल के पूरा इस मीटिंग को सक्सेसफुली कंडक्ट करते हैं। और सारे हुए आए हुए डॉक्टर्स का जो अपना कीमती टाइम करके कुछ सीखकर और अपना एक्सपीरियंस शेयर कर या जो नवे डॉक्टर्स हैं उन्होंने सिखाने लिए आते हैं, सब का धन्यवाद देते हैं। जो डॉक्टर साहब ने पहला स्टार्टिंग ये दसिया भी पैथीज और डिफरेंट टाइप्स ऑफ पैथीज की कदों आईया की मोटिव होता है और की अपने एम ऑब्जेक्टिव्स ते गोल्स होते हैं। तो जो आप गल करिए किसी भी पैथी की, तो किसी भी पैथी का इको ही मोटिव होता है और इको ही जो गोल होता है टू अचीव अ रिजल्ट। यानी जो अपना हेल्थ कॉन्सेप्ट है, चाहे वो फिजिकल हो गए, चाहे वो मेंटल हेल्थ हो गए, चाहे वो सोशल हेल्थ हो गए, चाहे स्पिरिचुअल हेल्थ हो गए, उस हेल्थ को
दुरुस्त करना, नॉर्मलाइज करना, और जो डिसऑर्डर अपनी बॉडी ਦੇ ਵਿੱਚ ਆ ਰਹੇ ਹੈ ਉਹਨਾਂ ਨੂੰ ਨॉर्मलाइज करना। तो ਜੇ ਗੱਲ ਕਰੀਏ ਆਪਾਂ ਡਿਫਰੈਂਟ ਪੈਥੀਜ਼ ਦੀ, ਤਾਂ ਐਟ ਦ ਸਟਾਰਟਿੰਗ ਆਫ ਲਾਈਫ ਜਦੋਂ ਇਹ ਲਾਈਫ ਸ਼ੁਰੂ ਹੋਈ ਤਾਂ ਨਾਲ ਹੀ ਬਿਮਾਰੀਆਂ ਵੀ ਸ਼ੁਰੂ ਹੋਈ। ਜੇ ਬਿਮਾਰੀਆਂ ਨੂੰ ਆਪਾਂ ਡਿਫਾਈਨ ਕਰੀਏ ਤਾਂ ਡਿਸੀਜ਼ ਇਜ਼ ਦ ਥਿੰਗ, ਡਿਸੀਜ਼ ਇਜ਼ ਦ ਡਿਸਆਰਡਰ ਆਫ ਦ ਬॉडी। कोई भी अपना सिस्टम है अगर वो बिगड़ जाए, अगर कोई डिसनॉर्मलिटीज आ जाए तो आप डिसीज या फिर बीमारी कहते हैं। स्टार्टिंग दे विच इन्हां नूं आपां सिंपली ट्रीट करते सी द फूड अल्ट्रेशन। अज भी जो गल करिए तो एक बहुत बड़ा फील्ड है ड्रग फूड इंटरेक्शन ते फूड फूड इंटरेक्शन और ड्रग ड्रग इंटरेक्शन। करा चाहते होता सीगा भी जे पेट दर्द है तो सौंफ ले लो, अजवाइन ले लो या इदां दी सारियां, पर इन्हां नूं प्रोफेशनलाइज ते एडवांसमेंट किया गया और अलग अलग जो है पैथीज का नाम दे दिता गया। पर जे आप कॉमनली प्लेटफॉर्म पे जाके देखिए तो दवाइयां जो है उनका दा सोर्स जिहड़ा है ऑलमोस्ट इक्वल। जो गल करिए आप तो दवाइयां का सोर्स की है, यू ऑल नो, या तो पेड़ पौधे तो आउणगियां, या जानवरों तो आउणगियां, या फिर खनिज पदार्थ। कोई होर सोर्स है? कई लोग कहते हैं जी एक्वाटिक होते हैं, मैरीन तो होते हैं, बट द बेसिक सोर्सेज आर ऑल ऑफ दीज थ्री। जे आप आयुर्वेदा की गल करिए वो भी प्लांट्स को यूज करता है, वो खनिज पदार्थों को भी यूज करता है, वो एनिमल्स को भी यूज करता है। सेम इन केस ऑफ यूनानी, सेम इन केस ऑफ होम्योपैथी, सेम इन केस ऑफ एलोपैथी। साइंस की खोज के नाल हर जगह पे हर खिते दे विच जिहे जी डेवलपमेंट जिदा दी डेवलपमेंट अपनी सोशल लाइफ की हुई उदा दी पैथीज ने जन्म लेता। जो डॉक्टर धर्मेंद्र जी गल कह रहे थे कि एलोपैथी या आयुर्वेदा, तो जो हिंदुस्तान है अपना, जो भारतवर्ष है, इंडिया के विच धार्मिक और सोशल सेटअप के हिसाब से पुराने ऋषि मुनि जो साडे ज्ञानी सीगे आलमोस्ट वो जंगलों च रहते सी, नवीं नवीं जड़ी बूटियां खोजते रहते सी, तो उन्होंने इन्हां चीज़ों से वर्क किया। और आयुर्वेदा जो सब तो पुरानी पैथी है, मेरे ख्याल नहीं कह सकते कि इसका जन्म कदों होया, जदों का इंसान जन्मिया उदों का ही आयुर्वेदा आ गया। और बड़ी वधिया तरीके के नाल पेड़ पौधों को एक इलाज प्रणाली बनाई और शुरू की। बड़े 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 काम किए, पंचायत की काम करिए, धनवंतरी का काम करिए, तो बहुत बड़े बड़े ऋषि मुनि और बहुत बड़े बड़े साइंटिस्ट जो है उन्होंने इसका प्रचार प्रसार किया। बट इन द मॉडर्न एज जो विज्ञान का प्रसार शुरू होया, लोग साइंस बारे जानने लग पे, केमिकल चेंजेस एंड केमिकल रिएक्शन का दौर आया, तो एक होड़ बच गई भी कितना आप इन्हां केमिकल्स को, इन्हां मिनरल्स को या वो पेड़ पौधे जिन्हां दे विच केमिकल जिहड़ू आपां फाइटोकॉन्स्टिट्यूएंट्स कह दिंदे हैं या जिहड़ू आपां केमिकल कॉन्स्टिट्यूएंट्स कह दिंदे हैं, उन्हां नूं किदां आपां अपनी सेहत लई यूज किया जाए। मोस्टली जे आप देखिए तो एलोपैथी का सारा लिटरेचर जो है लेटिन दे विच है, तो यानी जो पश्चिमी देश सीगे उन्होंने डेवलपमेंट की थी, साइंस की डेवलपमेंट भी ज्यादा उत्थे हुई है, तो उन्होंने केमिकल्स नूं ते उन्होंने जिहड़े हैगे ने कॉन्स्टिट्यूएंट्स नूं एक वधिया तरीके नाल यूज किया और देखा कि अपनी बॉडी के उत्ते की इफेक्ट है। कल एलोपैथी ने नहीं किया, आयुर्वेदा ने भी जोर लाया। जब आप गल करिए तो आयुर्वेदा का भी एक बेसिक जी चीज सी द्रव गुण विज्ञान, सारे वैद जानते हो गए बैठे, तो द्रव गुण विज्ञान की खोज हुई
द्रव गुण विज्ञान ਦੇ ਵਿੱਚ ਮਿਨਰਲ ਓਰੀਜਨ ਨੂੰ ਤੇ ਨਾਲ ਜਿਹੜੀਆਂ ਖਣਿਜ ਪਦਾਰਥ ਸੀ ਉਹਨਾਂ ਸਾਰਿਆਂ ਨੂੰ ਆਇਡੈਂਟੀਫਾਈ ਕੀਤਾ ਗਿਆ ਤੇ ਆਪਣੀ ਦਵਾਈਆਂ ਦੇ ਵਿੱਚ ਵਰਤਿਆ ਗਿਆ। ਜਿਵੇਂ ਆਪ ਹੀ ਆਪਾਂ ਕਹਿੰਦੇ ਦਸਾਦਰ ਵਰਤੋਂ ਨੀਲਾ ਤੋਤਾ ਵਰਤ ਲੈਂਦੇ, ਠੀਕ ਹੈ, ਗੰਧਕ ਵਰਤ ਲੈਂਦੇ ਆ। ਜੇ ਇਹਨਾਂ ਦਾ ਟੈਕਨੀਕਲ ਔਰ ਸਾਇੰਟਿਫਿਕ ਨੇਮ ਦੇਖੀਏ ਤਾਂ ਦਸਾਦਰ ਜਿਹੜਾ ਹੁੰਦਾ ਹੈ ਅਲਮੀਨੀਅਮ ਕਲੋਰਾਈਡ ਹੁੰਦਾ ਹੈ ਔਰ ਸਾਰਿਆਂ ਨੂੰ ਪਤਾ ਹੈ ਟੈਸਟ ਦੇ ਵਿੱਚ ਪਾਇਆ ਜਾਂਦਾ। ਗੰਧਕ ਦੀ ਗੱਲ ਕਰੀਏ ਤਾਂ ਸਲਫਰ ਸਾਰਿਆਂ ਨੂੰ ਪਤਾ ਹੈ ਕਿ ਜਿੰਨੀਆਂ ਵੀ ਆਇਲਮੈਂਟਸ ਆ ਸਭ ਨੂੰ ਪਾਇਆ ਜਾਂਦਾ, ਤਾਂ ਕੋਈ ਬੜਾ ਡਿਫਰੈਂਸ ਨਹੀਂ ਹੈ ਪੈਥੀਜ਼ ਦੇ ਵਿੱਚ। ਤਾਂ ਆਲ ਦਿਸ ਜੋ ਡਿਫਰੈਂਸ ਇਜ਼ ਡਾਇਗਨੋਸ ਡਿਸੀਜ਼ ਐਟ ਦ ਮੈਥਡ ਆਫ ਦ ਪ੍ਰੀਪਰੇਸ਼ਨ। ਪਰ ਹੌਲੀ ਹੌਲੀ ਚੱਲਦੇ ਚੱਲਦੇ ਜਦੋਂ ਡੋਜ਼ਸ ਦੇ ਵਿੱਚ ਪ੍ਰੋਬਲਮ ਆਈ, ਕੁਝ ਸਾਈਡ ਇਫੈਕਟਸ ਜਿਹੜੇ ਹੈਗੇ ਨੇ ਆਉਣੇ ਸ਼ੁਰੂ ਹੋ ਗਏ, ਜਾਂ ਜੋ ਆਪਣੀ ਜਨਰੇਸ਼ਨ ਸੀਗੀ ਉਹ ਰਜਿਸਟ ਹੋ ਗਈ, ਤਾਂ ਨਵੀਆਂ ਪੈਥੀਆਂ ਦੀ ਖੋਜ ਹੁੰਦੀ ਰਹੀ ਔਰ ਨਵੀਆਂ ਪੈਥੀਜ਼ ਜਿਹੜੀਆਂ ਹੈਗੇ ਨੇ ਆਈਆਂ, ਜਿਨ੍ਹਾਂ ਦੇ ਵਿੱਚੋਂ ਲੇਟੈਸਟ ਜਿਹੜੀ ਪੈਥੀ ਸਾਹਮਣੇ ਨਿਕਲ ਕੇ ਆਈ ਦੈਟ ਇਜ਼ ਕਾਲਡ ਦੀ ਇਲੈਕਟ੍ਰੋ ਹੋਮਿਓਪੈਥੀ। ਤਾਂ ਇਲੈਕਟ੍ਰੋ ਹੋਮਿਓਪੈਥੀ ਦੀ ਜਿੱਦਾਂ ਪਹਿਲਾਂ ਵੀ ਆਪਣੀ ਡਿਸਕਸ਼ਨ ਹੋ ਚੁੱਕੀ ਹੈ, स्पेशल टेक्निक है दवाई बनाओ की, दैट इज कॉल्ड द स्पेक्ट्रिक असेसमेंट। यानी जो रॉ फॉर्म ਦੇ ਵਿੱਚ ਚੀਜ਼ਾਂ ਕੀਤੀਆਂ ਜਾਂਦੀਆਂ ਸੀ ਜਾਂ ਜਿਹਦਾ ਨੂੰ ਕੈਮੀਕਲ ਫਾਰਮ ਦੇ ਵਿੱਚ ਚੇਂਜ ਕੀਤਾ ਜਾਂਦਾ ਸੀ, ਇਹ ਦੋਨਾਂ ਚੀਜ਼ਾਂ ਨੂੰ ਛੱਡ ਕੇ ਇੱਕ ਰॉ ਫਾਰਮ ਦੇ ਵਿੱਚ ਕੱਲਾ ਪਲਾਂਟ ਓਰੀਜਨ ਨੂੰ ਹੀ, ਯਾਨੀ ਕੱਲਾ ਜੜੀ ਬੂਟੀਆਂ ਨੂੰ ਔਰ ਪੇੜ ਪੌਦਿਆਂ ਨੂੰ ਇਸ ਪੈਥੀ ਦੇ ਵਿੱਚ ਯੂਜ਼ ਕੀਤਾ ਜਾਂਦਾ। 114 ਤਰ੍ਹਾਂ ਦੇ ਪੇੜ ਪੌਦੇ ਹੈਗੇ ਜਿਨ੍ਹਾਂ ਨੂੰ ਸਪੈਸ਼ਲ ਟੈਕਨੀਕ ਰਾਹੀਂ ਆਪਾਂ ਬਣਾ ਕੇ ਇਹਨਾਂ ਦੇ ਅਸੈਟਸ ਬਣਾਉਂਦੇ ਆ, ਜਿਹਨੂੰ ਸਪੈਕਟ੍ਰਿਕ ਅਸੈਟਸ ਕਹਿੰਦੇ ਆ। ਔਰ ਜੋ ਬਹੁਤ ਵੱਡੀਆਂ ਤੇ ਮੋਟੀਆਂ ਡੋਜ਼ਸ ਦਿੱਤੀਆਂ ਜਾਂਦੀਆਂ ਸੀ, ਉਹ ਡੋਜ਼ਸ ਨੂੰ ਮਾਈਕਰੋ ਡੋਜ਼ ਦੇ ਵਿੱਚ ਕਨਵਰਟ ਕਰਕੇ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਜਿਹੜਾ ਹੈਗਾ ਕਨਵਰਟ ਕਰਕੇ ਮੈਨਕਾਈਂਡ ਲਈ ਤੇ ਆਪਣੀ ਬੋਡੀ ਲਈ ਯੂਜ਼ ਕੀਤਾ ਗਿਆ। ਔਰ ਜਿਹਦਾ ਰਿਜ਼ਲਟਸ ਜਿਹੜੇ ਸੀਗੇ ਉਹ ਅਲਟੀਮੇਟ ਹੈ, ਉਹ ਮਿਰੇਕਲ ਹੈ, ਜਾਦੂ ਰਿਜ਼ਲਟ ਹੈ। ਜੋ ਇੱਥੇ ਨੰਬਰ ਆਫ ਡਾਕਟਰਸ ਆਪਣੇ ਆਏ ਡਿਸਕਸ ਕਰਕੇ ਗਏ ਨੇ, ਜਿੱਦਾਂ ਹੋਰੇ ਅਮਰਜੀਤ ਜੀ ਤੇ ਜਸਵਿੰਦਰ ਜੀ ਬੈਠੇ ਹੁਣੇ ਨਵਾਂ ਸ਼ੁਰੂ ਕੀਤਾ ਇਹਨਾਂ ਨੇ, ਤਾਂ ਕਿਡਨੀ ਫੇਲਿਅਰ ਦੇ ਕੇਸਿਸ ਉਹਨਾਂ ਨੇ ਡਿਸਕਸ ਕੀਤੇ, ਜਾਂ ਹਰਜਿੰਦਰ ਜੀ ਆਏ, ਗੁਰਸੇਵਕ ਜੀ ਆਏ, ਆਤਮਾ ਜੀ ਦਾ ਹਰ ਵਾਰੀ ਕਰਦੇ ਹੈ, ਉਹਨਾਂ ਕੋਲ ਤਾਂ ਗੱਲ ਪੂਰੀ ਪ੍ਰਭਾਵ ਹੈ। ਤਾਂ ਇੱਕ ਇਹ ਵੀ ਰਿਕੁਐਸਟ ਹੈ ਵੀ ਜੋ ਡਾਕਟਰਸ ਨੇ ਹਰ ਵਾਰੀ ਆਉਂਦੇ ਨੇ ਉਹ ਆਪਣਾ ਕੁਝ ਰਿਜ਼ਲਟ ਲੈ ਕੇ ਆਇਆ ਕਰ ਔਰ ਇੱਥੇ ਆ ਕੇ ਉਹਨੂੰ ਜਿਹੜੇ ਆਪਣੇ ਨਵੇਂ ਡਾਕਟਰਸ ਨੇ ਉਹਨਾਂ ਦੇ ਨਾਲ ਸ਼ੇਅਰ ਕਰ ਔਰ ਸ਼ੇਅਰ ਕਰਕੇ ਜੋ ਫਾਰਮੂਲੇਸ਼ਨ ਦਿੱਤਾ ਹੈ ਜਾਂ ਜੋ ਪ੍ਰੋਟੋਕਾਲ ਫਿਕਸ ਹੋਇਆ ਹੈ ਕਿੱਦਾਂ ਦਿੱਤਾ ਉਹਦੇ ਬਾਰੇ ਵੀ ਦੱਸ ਕੇ ਜਾਇਆ। ਕਲੀਅਰ ਜੀ? ਚਲੋ ਇਹ ਟੌਪਿਕ ਤੇ ਫਿਰ ਆਪਾਂ ਆਉਂਦੇ ਹਾਂ। ਟੌਪਿਕ ਜੋ ਹੈ ਆਪ ਹੀ ਮੋਸਟਲੀ ਲੋਕਾਂ ਦੇ ਫੋਨ ਆਉਂਦੇ ਨੇ, ਸਰ ਇਹਦਾ ਫਾਰਮੂਲਾ ਦੱਸ ਦਿਓ, ਇਹਦਾ ਫਾਰਮੂਲਾ ਦੱਸ ਦਿਓ, ਇਹਦਾ ਤਾਂ ਕੁਝ ਚੱਲਦਾ ਹੈ। ਪਰ ਫਾਰਮੂਲੇ 'ਚ ਇਹ ਹੁੰਦਾ ਹੈ ਕਿੰਨੇ ਦੱਸ ਹੈ ਕੁਝ ਐਦਾਂ ਦੇ ਚੀਜ਼ਾਂ ਨੇ ਜੋ ਬਿਲਕੁਲ ਕਾਮਨ ਨੇ, ਜਿਹਦਾ ਕਿਡਨੀ ਫੇਲਿਅਰ ਵਾਲਾ ਕੇਸ ਹੈ ਜਾਂ ਨੰਬਰ ਆਫ ਕੇਸਿਸ ਹੈ ਜਦੋਂ ਕਹਿੰਦੇ ਜੀ ESR ਤੇ ਰਿਜ਼ਲਟ ਚਾਹੀਦਾ ਹੈ, ਜਾਂ ਗੱਲ ਕਰਦੇ ਆਪਾਂ ਮੋਸਟਲੀ ਟ੍ਰਾਈਗਲਿਸਰਾਈਡਸ ਔਰ ਕੋਲੇਸਟ੍ਰੋਲ ਬਾਰੇ ਬਹੁਤ ਜ਼ਿਆਦਾ ਕੁਆਰੀ ਹੁੰਦੀ ਹੈ। ਵੀ ਕੋਲੇਸਟ੍ਰੋਲ ਲੈਵਲ ਵੱਧ ਗਿਆ ਜਾਂ ਟ੍ਰਾਈਗਲਿਸਰਾਈਡਸ ਲੈਵਲ ਜਿਹੜਾ ਹੈਗਾ ਆਪਣਾ ਵੱਧ ਗਿਆ, ਇਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਊਗਾ, ਇਹਨਾਂ ਦਾ ਕੀ ਰਿਜ਼ਲਟ ਹੋਊਗਾ। ਤਾਂ ਮੋਸਟਲੀ ਅਸੀਂ ਕਹਿੰਦੇ ਨੇ ਕਿ ਹਾਈਪਰਟੈਂਸ਼ਨ ਦਾ ਫਾਰਮੂਲੇਸ਼ਨ ਦੇ ਦਿਓ ਜਾਂ ਕਾਸ ਦੇਖੋ ਕੀ ਦੇ ਦਿਓ, ਸਾਰਾ ਦੇ ਦਿਓ। ਤਾਂ ਜੋ ਪੁਰਾਣੇ ਡਾਕਟਰ ਆਪਣੇ ਹੈਗੇ ਨੇ, ਐਕਸਪੀਰੀਅੰਸ ਡਾਕਟਰ ਹੈਗੇ ਨੇ, ਉਹ ਤਾਂ ਸਕਸੈਸਫੁਲੀ ਇਹਨੂੰ ਹੈਂਡਲ ਕਰ ਲੈਂਦੇ। ਪਰ ਜੋ ਨਵੇਂ ਡਾਕਟਰ ਹੈ ਉਹਨਾਂ ਨੂੰ ਥੋੜੀ ਸਮੱਸਿਆ ਆਉਂਦੀ ਹੈ, ਤਾਂ ਉਹਨਾਂ ਦੀ ਰਿਕੁਐਸਟ ਉਹਨਾਂ ਨੇ ਗੱਲ ਕਹੀ ਵੀ ਸਰ ਸਾਨੂੰ ਕੁਝ ਐਦਾਂ ਦਾ ਰੈਡੀਮੇਡ ਬਣਾ ਕੇ ਦਿਓ ਜਦੋਂ ਸਾਰਾ ਕੁਝ ਹੀ ਬਣਾਉਂਦੇ ਹੋ ਵੀ ਤਾਂ ਕਿ ਅਸੀਂ ਸਿੱਧਾ ਦੇਈਏ ਕੋਲੇਸਟ੍ਰੋਲ ਲੈਵਲ ਦਾ, ਕਿਉਂਕਿ ਨੰਬਰ ਆਫ ਪੇਸ਼ੈਂਟ ਹੈ। ਇਹ ਦੋ ਬਿਮਾਰੀਆਂ ਆਪ ਦੀ ਸੋਸਾਇਟੀ ਦੇ ਵਿੱਚ ਫੈਟੀ ਲੀਵਰ ਔਰ ਦੂਸਰਾ ਬੈਡ ਕੋਲੇਸਟ੍ਰੋਲ ਹੈ, HDL ਲੈਵਲ, ਇਹ ਸਾਰੀਆਂ ਵਧਦੇ ਰਹਿੰਦੇ ਆ। ਤਾਂ ਇਸ ਵਕਤ ਦੀਵਾਲੀ ਹੈ ਤਾਂ ਸਮਝੋ ਵੀ ਦੀਵਾਲੀ ਦੇ ਇਸ ਆਫਰ ਤੇ ਇਹ ਦੋ ਨਵੀਆਂ ਚੀਜ਼ਾਂ ਆਪਾਂ ਇੰਟਰੋਡਿਊਸ ਕੀਤੀਆਂ। ਫਸਟ ਤਾਂ ਇੱਕ ਆਪਾਂ ਕੋਲੇਸਟ੍ਰੋਲ ਲੈਵਲ ਦੀ ਕਿਟ ਹੀ ਇੰਟਰੋਡਿਊਸ ਕਰਦੇ। दूसरा
जो आप ये बूटा राम जी की प्रॉब्लम सी, मैडम की प्रॉब्लम सी, जसविंदर दी भी सर किडनी पेशेंट इज वेल, वो ठीक हो जाता है। दोनों की सेम प्रॉब्लम से जो पेशेंट वधिया तुरया फिरदा, सारा तुरया फिरदा, ਉਹਨੂੰ कोई प्रॉब्लम नहीं है, वो फील भी वधिया कर रहे हैं। बट सर्कुलेटरी सिस्टम एक्चुअली है कि सर्कुलेटरी सिस्टम होता है अपना हार्ट, आर्टरियल एंड वेंट्रिकल सिस्टम, यानी हार्ट है जो सारी बॉडी दे विच ब्लड पंप करता है ऑक्सीजनेटेड, लंग्स दे विचों साफ खून जिन्हों आप साफ हवा कह रहे हैं, ऑक्सीजन नूं ते न्यूट्रिशन नूं लेता है, सारी बॉडी को सप्लाई करके और उसके बाद वापस हार्ट दे विच चला जाता है। इतना तो पता सारा नॉर्मल फिजियोलॉजी है, थोड़ा फॉलो कर ले। द सेकंड वन इज ए हार्ट होता है, 4 चैम्बर है, पता है ना, राइट आर्ट्रियम, लेफ्ट वेंट्रिकल, लेफ्ट आर्ट्रियम, लेफ्ट वेंट्रिकल, यानी जो अपना जो ए ब्लू है कि दीज आर द वेरियस सिस्टम, और जो ए सिस्टम है वो आर्ट्रियल सिस्टम। आर्टरीज जो होती है दैट कंटेन द ऑक्सीजनेटेड ब्लड, वो खून दिया नालियां या पाइप्स which contain oxygenated यानी ऑक्सीजन आलिया साफ खून लेके जाती है, उन्हें आर्टरीज कहते हैं, और जेडियां डीऑक्सीजनेटेड ब्लड लेके जाती है उन्हें आप वेन कहते हैं। इन्हां दोनों ਨੂੰ ਜਿਹੜੀਆਂ ਜੋੜਦੀਆਂ ਨੇ ਉਹ ਬਰੀਕ ਬਰੀਕ ਨਾੜਾਂ ਹੁੰਦੀਆਂ ਨੇ ਜਿਹਨੂੰ ਆਪਾਂ ਕੈਪਿਲਰੀਜ਼ ਕਹਿੰਦੇ ਨੇ। ਤਾਂ ਇਹ ਮੇਨ ਜਿਹੜਾ ਆਰਗਨ ਹੈ ਦੈਟ ਇਜ਼ ਹਾਰਟ, ਔਰ ਇਹ ਹਾਰਟ ਜਿਹੜਾ ਹੈਗਾ ਉਹ ਪੰਪ ਕਰਦਾ ਹੈ ਸਾਰੀ ਬੋਡੀ ਦੇ ਵਿੱਚ ਜਿਹੜਾ ਹੈਗਾ ਬਲੱਡ। ਇਹ ਜਦੋਂ ਆਪਾਂ ਸਰਕੂਲੇਟਰੀ ਸਿਸਟਮ ਕੀਤਾ ਉਦੋਂ ਪੂਰਾ ਡਿਟੇਲ ਚ ਕਰਾਂਗੇ, ਤੇ ਮੈਡਮ ਦਾ ਟੌਪਿਕ ਹੈ, ਪਰ ਆਪਣਾ ਮੇਨ ਜੋ ਟੌਪਿਕ ਹੈਗਾ ਉਹ ਟੌਪਿਕ ਹੈਗਾ ਆਪਣਾ ਕੋਲੇਸਟ੍ਰੋਲ ਜਾਂ ट्राइग्लिसराइड्स। ट्राइग्लिसराइड्स की होता है तो कोलेस्ट्रॉल की होता है। जो ब्लड है जब अपनी वेन्स दे विच या आर्टरीज दे विच फ्लो करता है तो जो अपना लिपिड कोलेस्ट्रॉल होता है या ट्राइग्लिसराइड्स होता है, उम्र के हिसाब से या कई ज्यादा फैट रिच डाइट ले लेते हैं या ज्यादा चिकनाई वाली चीजें खाते हैं तो वो की हो जाता है, डिपोजिशन होना शुरू हो जाता है। आज जरा है दिखाया ये ब्लड का फ्लो है और जो ए है कोलेस्ट्रॉल चमड़ा शुरू हो जाता है, जिधर की होता है द वॉल्यूम ऑफ आर्टरीज आर कॉन्ट्रैक्ट। जितने पाइप के बीच भी अगर पानी जा रहा है और ਉਹਦੇ कुछ जप जे हो जाता है ना, बहुत पुराने घर बने होते हैं तो पाइप के बीच को सोना सोना जप जाता, कुछ करता था, टैप के बीच पानी होना घट जाता, कुछ आ जाता है। तो इसी तरह की होता है जब एक ज्यादा चर्बी जम जाती है तो ब्लड फ्लो ਜਿਹੜਾ ਹੈਗਾ that will be affected, और ਜਦੋਂ ਇਹ affected ਹੁੰਦਾ ਤਾਂ ਕੀ ਹੁੰਦਾ ਹੈ ਐਡਾ ਨੂੰ obstruction ਆ ਜਾਂਦੀ ਹੈ और ਇਸ obstruction ਕਰਕੇ ਜਿਹੜਾ ਹੈਗਾ ਆਪਣਾ ब्लड प्रेशर फ्लक्चुएट हो जाता है। जे ਆਪਾਂ ਪਾਈਪ ਨੂੰ ਦੇਖੀਏ ਕਰੇ ਐ ਮੂਹਰੋਂ ਦੱਬ ਲਈਏ ਤਾਂ ਪ੍ਰੈਸ਼ਰ ਵੱਧ ਜਾਂਦਾ ਜਾਂ ਘਟ ਜਾਂਦਾ ਹੈ? ਕਿਉਂ ਵੱਧ ਜਾਂਦਾ ਹੈ? ਪਾਣੀ ਤਾਂ ਘਟ ਆ ਰਿਹਾ ਪਰ ਪਾਈਪ ਤੇ ਪ੍ਰੈਸ਼ਰ ਵੱਧ ਗਿਆ ਤਾਂ ਇਹਦੇ ਪਿੱਛੋਂ ਬਲੱਡ ਦਾ ਫਲੋ ਪੂਰਾ ਹੁੰਦਾ ਡਿਊ ਟੂ ਦਿਸ ਬੈਡ ਕੋਲੇਸਟ੍ਰੋਲ ਐਂਡ ਬੈਡ ਟੀਜੀ। ਇੱਥੋਂ ਵੋਲਿਊਮ ਜਿਹੜਾ ਹੈਗਾ ਡਿਕਰੀਜ਼ ਹੋ ਜਾਂਦਾ ਹੈ और ਇਹ ਤੋਂ ਬਾਅਦ ਜਿਹੜਾ ਹੈਗਾ ਇੱਕਦਮ ਜਦੋਂ ਫਲੋ ਬਾਹਰ ਨਿਕਲਦਾ ਹੈ ਤਾਂ ਕੀ ਹੋ ਜਾਂਦਾ ਹੈ ब्लड प्रेशर राइज हो जाता है, सोना हार्ट रेट राइज हो जाती है, तो ऐसा दी प्रॉब्लम्स जिन्हें फिजिकली अपन आती है। जितना कि जो हेल्दी कोलेस्ट्रॉल लेवल है जिन्हों कोई प्रॉब्लम नहीं होती ओदा जो ब्लड वेसल्स है दैट लुक लाइक दिस, ऐसा नहीं नजर आती है। यानी देखो सारा कुछ है, तो ट्राइग्लिसराइड्स भी है, लो डेंसिटी लिपिड प्रोफाइल भी है, सब इजीली जा रहे हैं विदाउट एनी ट्रैफिक जैम। बट ਜਦੋਂ ਹਾਈਪਰਲਿਪਿਡੀਮੀਆ यानी फैट से चर्बी की जी है मात्रा बढ़ जाती है तो की होता है
ਇਹ ਸਾਰੇ ਜਿਹੜੇ ਹੈਗੇ ਨੇ ਇੱਥੇ ਆਬਸਟ੍ਰਕਸ਼ਨ ਕਾਜ਼ ਕਰਦੇ ਨੇ, ਹਾਈ ਡੈਂਸਿਟੀ ਲਿਪੋਪ੍ਰੋਟੀਨਸ, ਔਰ ਇਹਦਾ ਕਰਕੇ ਜਿਹੜਾ ਹੈਗਾ ਜੋ ਉੱਪਰ ਆਪਣੇ ਬਲੱਡ ਦੇ ਵਿੱਚ ਜੋ ਸੀਗੇ ਕੰਟੈਂਟ, ਸੈਲੂਲਰ ਕੰਟੈਂਟ ਸੀ ਫ੍ਰੀਲੀ ਫਲੋ ਕਰ ਰਹੇ ਆ, ਉਹਨਾਂ 'ਚ ਰੁਕਾਵਟ ਆ ਜਾਂਦੀ ਹੈ। ਇਸ ਰੁਕਾਵਟ ਕਰਕੇ ਕੀ ਹੁੰਦਾ ਹੈ, ਆਪਣਾ ਜੋ ਬਲੱਡ ਵੈਸਲਸ ਨੇ ਉਹਨਾਂ ਤੇ ਪ੍ਰੈਸ਼ਰ ਐਗਜ਼ਰਟ ਹੁੰਦਾ ਹੈ, ਔਰ ਉਸ ਪ੍ਰੈਸ਼ਰ ਐਗਜ਼ਰਟ ਹੋਣ ਕਰਕੇ ਜਿਹੜਾ ਹੈਗਾ ਆਪਣਾ ਰਿਦਮੀਆ ਹੋ ਜਾਂਦਾ ਹੈ, ਜਾਂ ਫਿਰ ਆਪਾਂ ਨੂੰ ਕੀ ਹੋ ਜਾਂਦਾ ਹੈ, ਹਾਈਪਰਟੈਂਸ਼ਨ, ਹਾਈ ਬਲੱਡ ਪ੍ਰੈਸ਼ਰ ਆਪਣਾ ਹੋ ਜਾਂਦਾ ਹੈ। ਔਰ ਰਿਸਪੌਂਸਿਬਲ ਕੌਣ ਹੁੰਦਾ ਜੀ? ट्राइग्लिसराइड्स है कोलेस्ट्रॉल, आप एक टेस्ट करवाओगे ना, तो ये ऑब्स्ट्रक्शन हो जाता है। ये ऑब्स्ट्रक्शन को अगर आप देखिए तो जस्ट लाइक दिस, फ्री फ्लो इतने नहीं होगा, कोलेस्ट्रॉल या टीजी जम गया जिन्हें करके रास्ता रुक गया और हौली हौली करके ब्लॉकेजेस तक भी चला जाता है, और जब ब्लॉकेजेस तक चला जाए तो फिर अपने को की होता है स्टंटिंग, स्टंट फॉर्म, यही होता है। तो एक सीवियर केस दे विच आपको कंप्लीट ब्लॉकेज भी हो जाता है, और कंप्लीट ब्लॉकेज दे विच स्टंट भी पवाना पै सकता है, और ये ऑटोमेटिकली इतना दा लुक होता है, पीछे जिहड़ा हैगा डिपोजिशन शुरू होनी शुरू हो जाती है, और अगे ब्लड फ्लो जिहड़ा हैगा स्लो हो जाता है। तो ਇਹਦੇ ਲਈ ਜਿਹੜਾ ਹੈਗਾ स्पेशली ਆਪਾਂ डिजाइन ਕੀਤਾ है, एक किट डिजाइन की थी है, that will be available, triglycerides kit, that is TG के 1 और TG के 2 ਤੇ ਨਾਲ ਕੀ ਜਿਹੜਾ ਆਪਾਂ ਕਾਰਡੀਓ ਇਹ ਕਿਟ ਸਿੱਧਾ ਲਿਜਾ ਕੇ ਜਿਹਦਾ ट्राइग्लिसराइड्स ਵਧਿਆ ਹੋਇਆ, ਜਿਹਦਾ ਕੋਲੇਸਟ੍ਰੋਲ ਲੈਵਲ ਵਧਿਆ ਹੋਇਆ, ਉਹਨੂੰ ਇੱਕ ਕਿਟ ਕੰਬੀਨੇਸ਼ਨ ਦੇ ਸਕਦੇ ਹੋ, ਨਾਲ ਆਪਣਾ ਕਾਰਡੀਓ ਕੇਅਰ ਜੋ ਪਹਿਲਾਂ ਵੀ ਚੱਲਦਾ ਇਹ ਦੇ ਕੇ, ਔਰ ਉਹਦੇ ਨਾਲ जो है ओमेगा 3 वगैरह या जो भी आप देते हैं, ये सारी चीजें आप दे सकते हैं। क्लियर है? इस विषय में किसी ने कुछ पूछना है तो दसो। कुछ लोगों को साह की प्रॉब्लम आ जाती है, माड़ा जाता है, साह चढ़ने लगता है, फिर डायरी फाइलिंग वगैरह कई बार दे देते हैं। हाँ, ये डॉक्टर साहब का बहुत बढ़िया सवाल है कि कुछ जेडे पेशेंट है जो आप उन्हां दा हाइपरटेंशन दा या टीजी दा ट्रीटमेंट करते हैं, तो उदों की होता है उन्हां नूं साह दी प्रॉब्लम आ जाती है। तो डॉक्टर साहब एक फार्माकोलॉजिकल एसेट्स है, ਇਹਦੇ ਚ ਕੀ ਹੁੰਦਾ ਹੈ ਐਕਚੁਅਲ ਦੇ ਵਿੱਚ, ਜੇ ਤੁਸੀਂ ਐਲੋਪੈਥੀ ਦੇ ਵਿੱਚ ਸੁਣਿਆ ਹੋਊਗਾ ਸਭ ਅਲਫਾ ਬਲੌਕਰਸ, ਬੀਟਾ ਬਲੌਕਰਸ, ਅਟੀਨੋਲ ਵਗੈਰਾ ਇਹ ਸੁਣਿਆ ਨਾ। ਤਾਂ ਐਕਚੁਅਲੀ ਕੀ ਹੁੰਦਾ ਹਾਰਟ ਦੇ ਵਿੱਚ ਅਲਫਾ ਤੇ ਬੀਟਾ ਦੋ ਰਿਸੈਪਟਰ ਹੈ, ਉਹ ਰਿਸੈਪਟਰ ਦਾ ਕੰਮ ਹੁੰਦਾ ਹੈ ਜਾਂ ਤਾਂ ਜਦੋਂ ਐਕਟੀਵੇਟ ਹੋ ਜਾਂਦੇ ਨੇ, ਦੇਖੋ ਬੋਡੀ ਦੇ ਵਿੱਚ ਫਾਰਮਾकोलॉजिकल ਰਿਸਪੌਂਸ ਹੁੰਦਾ ਹੈ, ਜਾਂ ਤਾਂ ਆਪਣੀ ਬੋਡੀ ਸੁੰਗੜ ਜਾਂਦੀ ਹੈ ਜਾਂ ਖੁੱਲਦੀ ਹੈ, हाइपर एक्टिविटी या हाइपो एक्टिविटी। ये सेम जेडे अल्फा ते बीटा रिसेप्टर है, ये अपने रेस्पिरेटरी सिस्टम च भी पए दोनों रिसेप्टर, बट इन्हां दा दोनों दा फंक्शन अपोजिट है रेस्पिरेटरी सिस्टम दे विच ते सर्कुलेटरी सिस्टम दे विच। ओही अल्फा ते बीटा रिसेप्टर जो एक्टिवेट होंदे जो दवाइयां जाके रिजेक्ट करदियां ने, अगर वो ब्लड वैसल्स ਨੂੰ ਜਿਹੜੀ ਡਾਇਲੇਟ ਕਰਦੀ ਹੈ, ਜੇ ਉਹੀ ਦਵਾਈ ਰੈਸਪੀਰੇਟਰੀ ਸਿਸਟਮ ਦੇ ਵਿੱਚ ਚਲੀ ਜਾਵੇ ਤਾਂ ਉਹਨੂੰ ਕੰਟਰੈਕਟ ਕਰ ਦਿੰਦੀ ਹੈ। ਇਸੇ ਲਈ ਜਿਹੜਾ ਹੈਗਾ ਤੁਸੀਂ ਮੋਸਟਲੀ ਦੇਖੋ ਇਨ ਕੇਸ ਆਫ ਐਮਰਜੈਂਸੀ ਆਪਾਂ ਕਦੇ ਵੀ ਅਗਰ ਅਸਥਮੈਟਿਕ ਅਟੈਕ ਹੋਵੇ ਜਾਂ ਕੁਝ ਹੋਵੇ ਤਾਂ ਆਪਾਂ ਸਪਰੇਜ਼ ਯੂਜ਼ ਕਰਦੇ ਹਾਂ, ਪੰਪ ਯੂਜ਼ ਕਰਦੇ ਹਾਂ, ਕਦੇ ਇੰਜੈਕਸ਼ਨ ਲਾਇਆ ਕਿਉਂ? इंजेक्शन ऐसे नहीं लगता क्योंकि जो रेस्पिरेटरी सिस्टम दे विच अल्फा ते बीटा रिसेप्टर है, आपा ब्रोंकियोडायलेटर्स देते यानी RBCs are increased, other cellular components are increased, the number of cellular content ਜਿਹੜਾ ਹੈਗਾ increase ਹੋ ਜਾਂਦਾ ਹੈ, ਜਿਹਦੇ ਕਰਕੇ ਆਪਾਂ ਨੂੰ ਇਦਾਂ ਲੱਗਦਾ ਹੈ ਕਿ ਆਪਣਾ blood ਜਿਹੜਾ ਹੈਗਾ it will be become thick, ਗਾੜਾ ਹੋ ਗਿਆ ਜਾਂ ਜਿਹੜਾ ਹੈਗਾ ਹੈ ਜ਼ਿਆਦਾ concentration ਦੇ ਵਿੱਚ ਹੋ ਗਿਆ, ਤਾਂ ਇਹ ਸਥਿਤੀ ਹੁੰਦੀ ਹੈ। ਤਾਂ ਇਹ ਮਰੀਜ਼ ਨੂੰ ਜੇ ਆਪਾਂ ਇਹਨਾਂ ਦੇ ਕੁਝ ਸਮਝਾਵਾਂਗੇ ਜਾਂ ਕਰਾਂਗੇ ਤਾਂ ਮੇਰੇ ਖਿਆਲ that is not possible। ਇਹ ਡਾਕਟਰ ਨੂੰ ਪਰ ਜ਼ਰੂਰ ਪਤਾ ਹੋਣਾ ਚਾਹੀਦਾ what is the actual cause। Say in case of
दैट इतने देख सकते हैं। भी होना है, ਆਪਾਂ ਉਹਨਾਂ ਦਾ ਚੈੱਕਅਪ ਵੀ ਕਰਨਾ ਹੈ, ਸਾਰਾ ਕੁਝ ਕਰਨਾ ਹੈ, ਤਾਂ ਮੇਰੇ ਖਿਆਲ 'ਚ ਇਹ ਥੋੜਾ ਜਿਹਾ ਇਸ ਚੀਜ਼ ਤੋਂ ਉੱਪਰ ਉੱਠ ਜਾਓ। ਠੀਕ ਹੈ ਰਾਜਿੰਦਰ ਡਾਕਟਰ ਸਾਹਿਬ ਪਤਲ ਜੀ ਨੂੰ ਵੀ ਚਲੋ ਇਨ ਫਿਊਚਰ ਮਤਲਬ ਆਪਣੇ ਡਾਕਟਰਸ ਦਾ ਆਈਕਿਊ ਇੰਨਾ ਹੈ ਇਹਨੂੰ ਪਰਸਨਲ ਪਾ ਲਓ, ਕੋਈ ਗਲਤ ਨਹੀਂ ਸੀ, ਪਰ ਅਜੇ ਆਪਣਾ ਲੈਵਲ ਹੌਲੀ ਹੌਲੀ ਉੱਥੇ ਜਾਊਗਾ ਤਾਂ ਉਹਨੂੰ ਪਰਸਨਲ ਲੈਵਲ ਦੇ ਵਿੱਚ ਪਾ ਲਓ। ਠੀਕ ਹੈ ਜੀ, ਉਹਦੇ ਗੱਲ ਠੀਕ ਹੈ ਨਾ। ਹੋਰ ਦੱਸੋ ਸਰ, ਨਹੀਂ ਤਾਂ ਫਿਰ ਆਪਾਂ ਇਹਨੂੰ ਚੈਪਟਰ ਨੂੰ ਜਿਹੜਾ ਹੈਗਾ ਕਰੀਏ ਆਪਣਾ ਖਤਮ। ਸਭ ਤੋਂ ਪਹਿਲਾਂ ਮੈਂ ਮੇਰੇ ਵੀਰ ਜੀ ਗਰਗ ਜੀ ਨੂੰ ਜੀ ਆਇਆਂ ਕਹਿਣਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਕਵਰੇਜ ਦੇ ਰਹੇ ਨੇ ਇਲੈਕਟ੍ਰੋਨ ਮੋਬਾਈਲ। ਕਈ ਵਾਰੀ ਨਾ ਆਪਾਂ ਮਜ਼ਾਕ 'ਚ ਲੈ ਲੈਂਦੇ, ਮੈਨੂੰ ਵੀ ਸਾਡੇ ਫੋਨ ਕੀਤਾ ਜਦੋਂ ਯਾਰ ਰਿਸ਼ੀ ਗਰਗ ਨੇ ਆਉਣਾ ਤੇ ਤੁਸੀਂ ਉਹਨਾਂ ਨੂੰ ਟਾਈਮ ਦਿਓ। ਇੱਕ ਦੋ ਵਾਰੀ ਇਹਨਾਂ ਨੇ ਮੈਨੂੰ ਫੋਨ ਲਾਇਆ, ਚਲੋ ਮੈਂ ਬਾਹਰ ਸੀ, ਬਣਾਉਂਦਾ ਸਾਡਾ ਪ੍ਰੋਗਰਾਮ ਬਣ ਗਿਆ। ਜਿੱਦਣੇ ਮੇਰੇ ਕੋਲ ਆਏ ਪਹਿਲਾਂ ਤਾਂ ਮੈਨੂੰ ਬੋਝ ਜਿਹਾ ਲੱਗਾ, ਮੈਂ ਯਾਰ ਦੋ ਚਾਰ ਗਿਆ ਖਤਰਾ ਹੋ ਗਿਆ, ਕੰਮ ਚੱਲੀ ਜਾਂਦਾ। ਪਰ ਲੇਕਿਨ ਉਹ ਜਾਂਦਾ ਜਾਂਦਾ ਜਦੋਂ ਇਹਨਾਂ ਨੇ ਉਹ ਇੰਟਰਵਿਊ ਮੇਰੀ ਕੀਤੀ ਨੈਟ ਤੇ ਪਾਈ, ਉਸ ਤੋਂ ਬਾਅਦ ਮੇਰੇ ਕੋਲੇ 16 ਪੇਸ਼ੈਂਟ ਆਏ ਜਿਨ੍ਹਾਂ ਨੂੰ ਮੈਂ ਨਾਂ ਨਹੀਂ ਜਾਣਦਾ, ਕੋਈ ਮੇਰਾ ਉਹਨਾਂ ਕੋਲੇ ਰੈਫਰੈਂਸ ਨਹੀਂ ਸੀ। ਹੁਣ ਜਦੋਂ ਆਉਂਦੇ ਆ ਮਹੀਨੇ ਬਾਅਦ ਦਵਾਈ ਲੈ ਕੇ ਜਾਂਦੇ ਆ, ਉਹ ਗਾਂ ਕਿਸੇ ਆਪਦੀ ਕੁੜੀ ਦੀ ਲੈ ਕੇ ਨਾ ਉਹਨੂੰ ਲੈ ਆਏ, ਧੋਣ ਲੱਗਦਾ ਯਾਰ ਇਹ ਕੋਈ ਗੱਲ ਨਹੀਂ, ਭਾਵੇਂ ਹਰ ਮਹੀਨੇ ਹੀ ਆ ਜਾਏਗਾ। ਬਹੁਤ ਵਧੀਆ ਸਾਫ ਸੁਥਰੀ ਪੱਤਰਕਾਰੀ ਕਰਦੇ ਆ, ਨਹੀਂ ਅੱਜ ਕੱਲ੍ਹ ਤਾਂ ਬਲੈਕਮੇਲਿੰਗ ਜ਼ਿਆਦਾ ਕਰਦੇ ਆ, ਪੱਤਰਕਾਰੀ ਕਵਰੇਜ ਘੱਟ ਕਰਦੇ ਆ। ਉਹਦੇ ਲਈ ਮੈਂ ਬਹੁਤ ਬਹੁਤ ਇਹਨਾਂ ਨੂੰ ਧੰਨਵਾਦ ਦਿੰਦਾ ਜੀ, ਜਿਨ੍ਹਾਂ ਨੇ ਇੱਕ ਨਵੀਂ ਦਿਸ਼ਾ ਦੇਣੀ ਸ਼ੁਰੂ ਕੀਤੀ ਹੈ ਇਲੈਕਟ੍ਰੋਮੋਪੈਥੀ ਨੂੰ। ਬਾਕੀ ਰਿਜ਼ਲਟ ਦੀ ਜੇ ਗੱਲ ਕਰੀਏ ਆਪਾਂ, ਤੇ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈਗੀ ਵੀ ਜਿੱਥੇ ਇਹ ਸੰਭਵ ਨਾ ਹੋਵੇ। ਮੇਰੇ ਕੋਲੇ ਫਿਰੋਜ਼ਪੁਰ ਦੇ ਨਾਲ ਇੱਕ ਪਿੰਡ ਆ ਫੱਤੂ ਵਾਲਾ, ਉੱਥੋਂ ਦਾ ਇੱਕ ਪੇਸ਼ੈਂਟ ਆਇਆ, ਉਹ ਪਰਮਜੀਤ ਕੌਰ ਦਾ ਨਾਂ ਹੈ। ਉਹਦਾ ਪਹਿਲਾ ਹੱਥ ਸੌਣ ਲੱਗਾ, ਉਸ ਤੋਂ ਬਾਅਦ ਪੈਰ ਸੌਣ ਲੱਗਾ, ਸੌਂਦਾ ਉਹਦਾ ਸਾਰਾ ਪਾਸਾ ਸੌਣ ਲੱਗ ਗਿਆ। ਇੱਕ ਪਾਸਾ ਸੌਣ ਤੋਂ ਬਾਅਦ ਦੂਸਰਾ ਪੈਰ ਸੌਣ ਲੱਗਾ, ਦੂਸਰਾ ਪੈਰ ਸੌਂਦਿਆ ਸਾਰਾ ਦੂਸਰਾ ਪਾਸਾ ਵੀ ਸੌਂ ਗਿਆ। ਪਹਿਲਾਂ ਉਹਨਾਂ ਦਾ ਟ੍ਰੀਟਮੈਂਟ ਲੋਕਲ ਫਿਰੋਜ਼ਪੁਰ ਤੋਂ ਚੱਲਦਾ ਹੈ, ਫਿਰ ਡੀਐਨਸੀ ਚਲੇ ਗਏ, ਡੀਐਨਸੀ ਤੋਂ ਬਾਅਦ ਪੀਜੀਆਈ ਚਲੇ ਗਏ। ਦੂਸਰਾ ਪਾਸਾ ਸੌਣ ਤੋਂ ਬਾਅਦ ਹੌਲੀ ਹੌਲੀ ਉਹਨਾਂ ਦੀ ਜੀਭ ਰੁਕਣ ਲੱਗ ਗਈ, ਫਿਰ ਜੀਭ ਵੀ ਰੁਕ ਗਈ। ਜੀਭ ਰੁਕਣ ਤੋਂ ਬਾਅਦ ਫਿਰ ਉਹ ਹਰ ਥਾਂ ਦੇ ਵਿਚਾਰੇ ਗਏ, ਕਈ ਆਯੁਰਵੈਦਿਕ ਸੈਂਟਰਾਂ ਤੇ ਗਏ, ਬਹੁਤ ਸਾਰਿਆਂ ਦੇ ਗਏ, ਜਿਹਨੇ ਜਾਣਾ ਪਹਿਲਾਂ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਏ। ਉਹ ਦੱਸਦੇ ਮੇਰੇ ਪਿੰਡ ਉਹਨਾਂ ਦੀ ਰਿਸ਼ਤੇਦਾਰੀ ਸੀ, ਤੇ ਜਦੋਂ ਇਹਨਾਂ ਨੇ ਫੋਨ ਕੀਤਾ ਵੀ ਤੁਸੀਂ ਇੱਕ ਵਾਰੀ ਇੱਥੇ ਆਓ ਵਿਖਾਓ, ਤੇ ਨਾਲ ਹੀ ਇੱਕ ਰਿਸ਼ਤੇਦਾਰ ਉਹਨਾਂ ਦਾ ਡਾਕਟਰ ਆ, ਨਾਲ ਦੇ ਪਿੰਡ ਪ੍ਰੈਕਟਿਸ ਕਰਦਾ, ਕਾਲੂ ਵਾਲਾ ਪਿੰਡ ਸਾਡੇ ਲਾਗੇ, ਉਹਨੂੰ ਉਹਨਾਂ ਫੋਨ ਕੀਤਾ, ਯਾਰ ਐਵੇਂ ਤੁਹਾਡੇ ਕਹਿੰਦੇ ਡਾਕਟਰ ਬਲਜੀਤ ਸਿੰਘ ਬੜਾ ਸਿਆਣਾ ਤੇ ਅਸੀਂ ਉੱਥੇ ਲੈ ਕੇ ਆਉਣਾ ਇਹਨੂੰ। ਉਹ ਕਹਿੰਦਾ ਉਹ ਕਿਤੇ ਕਿੱਡਾ ਸਿਆਣਾ, ਕਹਿੰਦਾ ਜੇ ਤੁਹਾਨੂੰ ਪੀਜੀਆਈ ਨੇ ਜਵਾਬ ਦਿੱਤਾ ਤੇ ਉਹ ਕੀ ਕਰ ਦੂਗਾ। ਚਲੋ ਨੈਗੇਟਿਵ ਹੋਏ, ਫਿਰ 15 ਦਿਨ 20 ਦਿਨ ਮਹੀਨਾ ਉਹਨਾਂ ਦਾ ਐ ਲੰਘ ਗਿਆ, ਨਾ ਆਏ। ਉਹ ਫਿਰ ਇੱਕ ਕੋਈ ਪੇਸ਼ੈਂਟ ਮੇਰੇ ਤੋਂ ਠੀਕ ਹੋਇਆ, ਉਹ ਚਲੇ ਗਿਆ, ਉਹਨਾਂ ਦਾ ਰਿਸ਼ਤੇਦਾਰ ਨੇ ਕਿਹਾ ਵੀ ਤੁਸੀਂ ਇੱਕ ਵਾਰੀ ਲੈ ਕੇ ਤੇ ਚਲੋ। ਉਸ ਤੋਂ ਬਾਅਦ ਕੀ ਹੋਇਆ ਵੀ ਜੇ ਉਹਨੇ ਪੈਣਾ ਤੇ ਉਹਦੀ ਆਕਸੀਜਨ ਜਿਹੜੀ ਆ ਘਟ ਜਾਣੀ, ਜੇ ਉਹਨੇ ਬਹਿਣਾ ਤੇ ਠੀਕ ਰਹਿਣੀ। ਆਕਸੀਜਨ ਘਟਣੀ ਸ਼ੁਰੂ ਹੋ ਗਈ, ਉਹ ਕੱਲੀ ਚੇਅਰ ਤੇ ਰਹਿ ਗਿਆ ਪੇਸ਼ੈਂਟ। ਆਕਸੀਜਨ ਦਾ ਲੈਵਲ ਜਿਹੜਾ 98 ਤੋਂ 92 ਆ ਗਿਆ, 92 ਤੋਂ 88 ਆ ਗਿਆ, 88 ਤੋਂ 72 ਆ ਗਿਆ। ਜਦੋਂ 72 ਤੇ ਉਦੋਂ ਉਹ ਮੇਰੀ ਦੁਕਾਨ ਤੇ ਲੈ ਕੇ ਆ ਗਏ। ਸਾਡੀ ਨਾਲ ਡਿਸਕਸ ਕੀਤੀ, ਸਾਰੀ ਰਿਪੋਰਟਾਂ ਤੇ ਸਲਾਹ ਕਰਕੇ ਵੈਰੀਕੋਸ ਵੇਨਸ ਦਾ ਉਹਨੂੰ ਫਾਰਮੂਲਾ ਦੇਣਾ ਸ਼ੁਰੂ ਕਰ ਦਿੱਤਾ। ਅੱਜ ਪੂਰੇ 18 ਦਿਨ ਹੋਏ ਆ ਮੇਰੀ ਕਲੀਨਿਕ ਤੇ ਉਹਦਾ ਮੈਡੀਸਨ ਚੱਲਦੇ। 18 ਦਿਨਾਂ ਬਾਅਦ ਅੱਜ ਦਾ ਰਿਜ਼ਲਟ ਇਹ ਆ ਵੀ ਉਹਦਾ ਆਕਸੀਜਨ ਲੈਵਲ ਜਿਹੜਾ ਉਹ ਪੂਰਾ 100% ਹੈ। ਰੀਨਲ ਸਿਸਟਮ ਨੂੰ ਇਫੈਕਟ ਕਰਨ ਦਾ ਰੀਜ਼ਨ ਕੀ ਆ ਕਿ ਅਗਰ ਅਸੀਂ ਕੋਈ ਵੀ ਦਵਾਈ ਖਾਂਦੇ ਆ ਤਾਂ ਉਹਨੂੰ ਸਾਰੀ ਨੂੰ ਐਕਸਕ੍ਰੀਟ ਆਊਟ ਕਿਹਨੇ ਕਰਨਾ, ਸਾਡੀਆਂ ਕਿਡਨੀਜ਼ ਨੇ ਕਰਨਾ। ਠੀਕ ਹੈ, ਜਿੰਨੀ ਵੀ ਬਲੱਡ ਜਿਹੜਾ ਸਾਡੇ ਬਲੱਡ ਦੇ ਵਿੱਚੋਂ ਵੇਸਟ ਆਉਂਦਾ ਉਹਨੂੰ ਸਾਰੇ ਨੂੰ ਪਿਊਰੀਫਾਈ ਕਰਕੇ ਤਾਂ ਸਾਡੀ ਕਿਡਨੀ ਨੇ ਉਸ ਵੇਸਟ ਪ੍ਰੋਡਕਟ ਨੂੰ ਬਾਹਰ ਕੱਢਣਾ, ਤੇ ਜਿੰਨਾ ਵੀ ਪਿਊਰੀਫਾਈਡ ਬਲੱਡ ਆ ਉਹ ਜਿਹੜਾ ਹੈਗਾ ਵਾਪਸ ਹਾਰਟ ਨੂੰ ਭੇਜਣਾ ਸਾਡੀ ਬਾਡੀ ਦੇ ਲਈ। ਤਾਂ ਕਿਡਨੀਜ਼ ਦੇ ਉੱਪਰ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਪ੍ਰੈਸ਼ਰ ਪੈ ਰਿਹਾ ਵਾ। ਸਾਡਾ ਜਿਹੜਾ ਯੂਰੀਨਰੀ ਸਿਸਟਮ ਹੈ ਇੱਕ ਐਵੇਂ ਦਾ ਸਿਸਟਮ ਬਣਿਆ ਹੋਇਆ ਕਿ ਜਿਹਨੇ ਸਾਰੀ ਬਾਡੀ ਦਾ ਵੇਸਟ ਕਲੈਕਟ ਕਰਕੇ, ਸਾਰੀ ਬਾਡੀ ਦਾ ਜਿਹੜਾ
ਕੂੜਾ ਕਰਕਟ ਹੈ ਉਹ ਕਲੈਕਟ ਕਰਕੇ ਥਰੂ ਯੂਰਿਨ ਬਾਹਰ ਭੇਜਣਾ ਹੁੰਦਾ। ਬੋਡੀ ਦੇ ਵਿੱਚ 2 ਕਿਡਨੀਜ਼ ਨੇ ਜਿਨ੍ਹਾਂ ਦਾ ਮੇਨ ਕੰਮ ਹੈ absorption of waste product, ਉਹਨਾਂ ਨੂੰ absorb ਕਰਨਾ, after that maturation process ਕਰਕੇ urine prepare ਕਰਨਾ। urine prepare ਕਰਨ ਤੋਂ ਬਾਅਦ ਜਿਹੜਾ ਉਹਦੇ ਵਿੱਚ ਜਿਹੜੀ blood ਆਉਂਦੀ ਹੈ ਜਿਹਦੇ ਇੱਕ ਤਾਂ ਵੇਸਟ ਪ੍ਰੋਡਕਟ ਨਾਲ ਆਉਂਦੀ ਹੈ ਤੇ ਇੱਕ ਜਿਹਨੂੰ ਆਪਾਂ ਆਕਸੀਜਨੇਟਡ ਤੇ ਡੀਆਕਸੀਜਨੇਟਡ ਬਲੱਡ ਕਹਿੰਦੇ ਆ, ਜਦੋਂ ਦੋਨੋਂ ਆਉਂਦੇ ਤੇ ਇਹਨਾਂ ਦੇ ਵਿੱਚੋਂ ਵੇਸਟ ਪ੍ਰੋਡਕਟ ਖਿੱਚਣਾ, ਆਕਸੀਜਨੇਟਡ ਬਲੱਡ ਦੁਬਾਰਾ ਤੋਂ ਜਿਹੜਾ ਹੈਗਾ ਆਪਣੇ ਹਾਰਟ ਨੂੰ ਪਹੁੰਚਾਉਣਾ ਤੇ ਡੀਆਕਸੀਜਨੇਟਡ ਬਲੱਡ ਤੋਂ ਜਿੰਨਾ ਵੀ ਵੇਸਟ ਹੈ ਉਹ ਖਿੱਚ ਕੇ ਤੇ ਮੈਚੂਰੇਸ਼ਨ ਪ੍ਰੋਸੈਸ ਦੇ ਥਰੂ ਯੂਰਿਨ ਬਣਾ ਕੇ ਬਲੈਡਰ ਦੇ ਵਿੱਚ ਫਿਲ ਅਪ ਕਰਨਾ। ਜਦੋਂ ਸਾਡਾ ਬਲੈਡਰ ਫੁੱਲ ਹੋ ਜਾਂਦਾ ਵਾ ਤਾਂ ਸਰ ਪਹਿਲੇ ਵਾਲੀ ਸਲਾਈਡ ਸੀ ਨਾ, ਇਹਨਾਂ ਦੋਨੋਂ ਨਰਵਸ ਦਾ ਕੀ ਕੰਮ ਹੈ ਕਿ ਜਦੋਂ ਸਾਡਾ ਬਲੈਡਰ ਫੁੱਲ ਹੋ ਜਾਂਦਾ ਹੈ ਤਾਂ ਇਸ ਨਰਵ ਨੇ ਬ੍ਰੇਨ ਨੂੰ ਮੈਸੇਜ ਦੇਣਾ ਕਿ ਸਾਡਾ ਬਲੈਡਰ ਜਿਹੜਾ ਫੁੱਲ ਹੈ ਤਾਂ ਹੁਣ ਇਹਨੂੰ ਜਿਹੜਾ ਹੈਗਾ ਆਪਾਂ ਖਾਲੀ ਕਰ ਦਈਏ, ਹੈ ਨਾ। ਇਸੇ ਤਰ੍ਹਾਂ ਹੀ ਜਿਹੜਾ ਦੂਸਰਾ ਵਾਲੀ ਹੈ ਇਹ ਵਾਲੀ ਨਰਵ ਹੈ, ਇਹਨੇ ਕੀ ਕਰਨਾ ਬ੍ਰੇਨ ਨੂੰ ਦੱਸਣਾ ਕਿ ਹੁਣ ਜੀ ਬਲੈਡਰ ਓਪਨ ਹੋ ਗਿਆ, ਠੀਕ ਹੈ। ਤਾਂ ਜਿਹੜੀ ਕਈ ਵਾਰ ਕੀ ਹੁੰਦਾ ਹੈ ਤੁਹਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਏ ਹੋਣਗੇ ਜਿਨ੍ਹਾਂ ਨੂੰ ਯੂਰਿਨ ਆਊਟਫਲੋ ਦਾ ਪਤਾ ਹੀ ਨਹੀਂ ਚੱਲਦਾ। ਉਹ ਕਹਿੰਦੇ ਆ ਜੀ ਜਦੋਂ ਅਸੀਂ ਉੱਠਦੇ ਆ ਸਾਨੂੰ ਪਤਾ ਨਹੀਂ ਚੱਲਦਾ ਸਾਡਾ ਵਾਸ਼ਰੂਮ ਜਿਹੜਾ ਬਾਹਰ ਨਿਕਲ ਜਾਂਦਾ, ਜਾਂ ਕਈ ਵਾਰ ਰਾਤ ਨੂੰ ਸੁੱਤੇ ਪਏ ਜਿਹੜਾ ਵਾਸ਼ਰੂਮ ਆ ਉਹ ਫਲੋ ਆਊਟ ਹੋ ਜਾਂਦਾ। ਰੀਜ਼ਨ ਹੁੰਦਾ ਕੀ ਹੈ ਕਿ ਜਿਹੜੀ ਇਹ ਵਾਲੀਆਂ ਨਰਵਸ ਹੈ ਇਹਨਾਂ ਦੀ ਜਿਹੜੀ ਬ੍ਰੇਨ ਨੂੰ ਮੈਸੇਜਿੰਗ ਦੀ ਪਾਵਰ ਹੈ ਉਹ ਡਾਊਨ ਹੋ ਜਾਂਦੀ ਹੈ, ਘਟ ਜਾਂਦੀ ਹੈ। ਸੋ ਇੱਥੇ ਦਿੱਕਤ ਕੀ ਹੈ, ਯੂਰੀਨਰੀ ਸਿਸਟਮ ਦੀ ਤਾਂ ਪ੍ਰੋਬਲਮ ਹੈਗੀ ਆ, ਨਾਲ ਸਾਡੇ ਨਰਵਸ ਸਿਸਟਮ ਦਾ ਵੀ ਇਸ਼ੂ ਹੈ ਜਿਹਦੇ ਕਰਕੇ ਇਹ ਪ੍ਰੋਬਲਮ ਆਉਂਦੀ ਹੈ। ਦੂਸਰੀ ਪ੍ਰੋਬਲਮ ਯੂਰਿਨ ਆਊਟ ਮਤਲਬ ਇਦਾਂ ਬਾਹਰ ਨਿਕਲ ਜਾਂਦੀ ਕੀ ਹੈ ਕਿ ਕਈ ਵਾਰ ਯੂਰੀਨਰੀ ਬਲੈਡਰ ਦੇ ਵਿੱਚ ਸਿਸਟ ਹੁੰਦੀ ਹੈ। ਸਿਸਟ ਕਰਕੇ ਬਲੈਡਰ ਤੇ ਪ੍ਰੈਸ਼ਰ ਪੈਂਦਾ ਰਹਿੰਦਾ, ਉਹ ਪੇਸ਼ੈਂਟ ਨੂੰ ਪਤਾ ਹੀ ਨਹੀਂ ਚੱਲਦਾ ਕਿ ਬਲੈਡਰ ਕਦੋਂ ਫੁੱਲ ਹੋਇਆ, ਕਦੋਂ ਜਿਹੜਾ ਉਹਨੂੰ ਅਸੀਂ ਖਾਲੀ ਕਰਨਾ, ਜਾਂ ਕਦੋਂ ਉਹਦੇ ਵਿੱਚ ਉਹਨੂੰ ਉਹ ਫੁੱਲ ਹੋ ਗਿਆ ਹੁਣ ਖਾਲੀ ਹੋਊਗਾ ਜਾਂ ਨਹੀਂ ਹੋਊਗਾ। ਤਾਂ ਇਹ ਸਾਰੀਆਂ ਪ੍ਰੋਬਲਮਸ ਸਿਸਟ ਕਰਕੇ ਵੀ ਆਉਂਦੀਆਂ ਨੇ। ਨੈਫਰੋਨ ਪ੍ਰੋਪਰ ਵਰਕ ਨਹੀਂ ਕਰਕੇ ਤੇ ਫਿਲਟਰੇਸ਼ਨ ਸਹੀ ਨਹੀਂ ਹੋਊਗੀ। ਜਦੋਂ ਫਿਲਟਰੇਸ਼ਨ ਨਹੀਂ ਸਹੀ ਹੋਗੀ ਤਾਂ ਕੀ ਹੋਊਗਾ, ਫਿਲਟਰੇਸ਼ਨ ਸਹੀ ਨਹੀਂ ਹੋ ਰਹੀ, ਬਲੱਡ ਦੇ ਵਿੱਚ ਸਾਰਾ ਇਹ ਕੁਝ ਆ ਗਿਆ ਤਾਂ ਕੀ ਹੈ ਜਿਹੜਾ ਟਿਸ਼ੂ ਫਲੂਇਡ ਹੈ ਉਹ ਬਾਹਰ ਨਿਕਲਣ ਦੀ ਬਜਾਏ ਸਾਡੀ ਬਾਡੀ 'ਚ ਹੀ ਰਹਿ ਜਾਂਦਾ। ਦੈਟਸ ਵਾਈ ਤੁਸੀਂ ਦੇਖਿਆ ਹੋਊਗਾ ਜਿੰਨੇ ਵੀ ਕਿਡਨੀ ਦੇ ਨਾਲ ਰਿਲੇਟਡ ਪ੍ਰੋਬਲਮਸ ਨੇ ਜਿੰਨੇ ਪੇਸ਼ੈਂਟ ਨੂੰ, ਉਹਨਾਂ ਦੀਆਂ ਲੱਤਾਂ ਨੂੰ ਸਵੈਲਿੰਗ ਆ ਜਾਂਦੀ ਆ, ਪੇਟ ਦੇ ਵਿੱਚ ਪਾਣੀ ਭਰ ਜਾਂਦਾ, ਲੰਗਸ ਦੇ ਵਿੱਚ ਪਾਣੀ ਭਰ ਜਾਂਦਾ ਹੈ, ਜਿਹਦੇ ਕਰਕੇ ਕਿ ਆਪਾਂ ਕਹਿ ਦਿੰਦੇ ਹਾਂ ਕਿ ਪੇਸ਼ੈਂਟ ਦੀ ਡਾਇਲਿਸਿਸ ਕਰਾਉਣੀ ਜ਼ਰੂਰੀ ਆ। ਪੇਸ਼ੈਂਟ ਦੀ ਡਾਇਲਿਸਿਸ ਕਰਨ ਦਾ ਮਤਲਬ ਇਹ ਨਹੀਂ ਆ ਕਿ ਉਹਦੇ ਬਲੱਡ ਯੂਰੀਆ ਤੇ ਕ੍ਰੀਏਟਿਨਿਨ ਘਟਾਇਆ ਜਾਂਦਾ, ਨਹੀਂ। ਤੁਸੀਂ ਕਦੇ ਵੀ ਦੇਖੋਗੇ ਜੇ ਪੇਸ਼ੈਂਟ ਦੀ ਡਾਇਲਿਸਿਸ ਹੁੰਦੀ ਆ ਸਿਰਫ ਐਕਸਟਰਾ ਵਾਟਰ ਜਿਹੜਾ ਬਾਹਰ ਕੱਢਿਆ ਜਾਂਦਾ ਕਿਉਂਕਿ ਡਿਊਰਿੰਗ ਕਿਡਨੀ ਫੇਲਿਅਰ ਉਹ ਜਿਹੜਾ ਐਕਸਟਰਾ ਵੇਸਟ ਆ ਉਹ ਬਾਹਰ ਨਹੀਂ ਨਿਕਲਦਾ, ਸਿਰਫ ਉਹ ਵਾਟਰ ਜਾਂ ਟਿਸ਼ੂ ਫਲੂਇਡ ਬਾਹਰ ਕੱਢਦੇ ਆ। ਸੌਰੀ, ਬਟ ਉਹ ਜਿਹੜਾ ਤੁਹਾਡੀ ਕਿਡਨੀ ਦੇ ਅੰਦਰ ਜਿਹੜਾ ਯੂਰੀਆ ਬਲੱਡ ਯੂਰੀਆ ਕ੍ਰੀਏਟਿਨਿਨ ਇਨਕਰੀਜ਼ ਹੋਇਆ ਉਹ ਕਦੇ ਵੀ ਡਿਕਰੀਜ਼ ਨਹੀਂ ਹੁੰਦਾ, ਹਾਰਡਲੀ 1-2 ਪੁਆਇੰਟ ਡਿਕਰੀਜ਼ ਹੋਊਗਾ, ਇਹ ਤੋਂ ਬਾਅਦ ਕਦੇ ਵੀ ਡਿਕਰੀਜ਼ ਨਹੀਂ ਹੁੰਦਾ। ਜਿੰਨਾ ਮਰਜ਼ੀ ਤੁਸੀਂ ਡਾਇਲਿਸਿਸ ਭਾਵੇਂ ਹਫਤੇ 'ਚ 4 ਕਰਾ ਲਓ, ਇਟ ਵਿਲ ਬੀ ਨੈਵਰ ਵੀ ਡਿਕਰੀਜ਼, ਕਦੇ ਵੀ ਨਹੀਂ ਹੁੰਦਾ। ਉਹਦਾ ਰੀਜ਼ਨ ਕੀ ਆ, ਰੀਜ਼ਨ ਇਹ ਹੈ ਕਿ ਉਹਨਾਂ ਨੇ ਸਿਰਫ ਜਿਹੜੀਆਂ ਹੈਗੀਆਂ ਕਿਡਨੀਜ਼ ਨੂੰ ਵਾਸ਼ ਆਊਟ ਕੀਤਾ, ਉਹ ਸਿਰਫ ਐਕਸਕ੍ਰੀਟਰੀ ਸਿਸਟਮ ਦੇ ਉੱਪਰ ਵਰਕ ਕਰ ਰਹੇ ਆ। ਸਰਕੂਲੇਟਰੀ ਸਿਸਟਮ ਡਾਈਜੈਸਟਿਵ ਸਿਸਟਮ ਤਾਂ ਛੇੜਦਾ ਹੀ ਨਹੀਂ ਹੈਗਾ ਕੋਈ, ਚੇਂਜ ਕਰ ਲਿਆ। ਉਹ ਤੁਹਾਨੂੰ ਮੈਂ ਭੇਜਦਾ ਜੀ ਤੁਹਾਡੇ ਕੋਲੇ, ਆਪਾਂ ਉਹਦੇ ਤੇ ਕਰਕੇ, ਕਿਉਂਕਿ ਉਹ ਬੰਦਾ ਜਿਹੜਾ ਆਪਣੇ ਤੋਂ ਪੋਜ਼ਿਟਿਵ ਆ ਉਹਨੂੰ ਪਤਾ ਵੀ ਭਾਵੇਂ ਕ੍ਰੀਏਟਿਨਿਨ ਮੇਰਾ 4-5 ਆ, ਮੈਂ ਡਾਇਟੋਰ ਤੋਂ ਵੀ ਬਚ ਗਿਆ, ਮੈਂ ਇਹ ਤੋਂ ਵੀ ਬਚ ਗਿਆ, ਮੈਂ ਤੁਰਿਆ ਵੀ ਕਰਦਾ। ਬਿਲਕੁਲ ਆਪਣੀ ਕਿਟ ਦੇ ਨਾਲ ਆਪਾਂ ਕੁਝ ਵੀ ਉਹਨੂੰ ਸਾਰੀਆਂ ਮੈਡੀਕੇਸ਼ਨਸ ਉਹਦੀਆਂ ਬੰਦ ਹੋ ਜਾਂਦੀਆਂ, ਮਤਲਬ ਕੋਈ ਡਾਇਟੋਨ ਦੀ ਜ਼ਰੂਰਤ ਨਹੀਂ ਪੈਂਦੀ, ਉਹਦੀ ਯੂਰਿਨ ਆਊਟਪੁੱਟ ਨਾਰਮਲ ਹੋ ਜਾਂਦੀ ਆ, ਬਲੱਡ ਸ਼ੂਗਰ ਲੈਵਲ ਨਾਰਮਲ ਰਹਿਣ ਲੱਗ ਜਾਂਦਾ, ਹਾਈ ਬੀਪੀ ਜਿਹੜਾ ਹੁੰਦਾ ਉਹ ਵੀ ਨਾਰਮਲ ਹੋ ਜਾਂਦਾ ਵਾ। ਤਾਂ ਸੱਚੀ ਸਹੀ ਗੱਲ ਹੈ ਵੀ ਕਲੀਨਿਕ ਛੋਟਾ ਦੇਖ ਕੇ ਹਨਾ, ਤਾਂ ਇਹ ਵੀ ਇੱਕ ਪ੍ਰੋਬਲਮ ਹੈ ਹਨਾ ਲੋਕਾਂ ਦੀ ਵੀ, ਕਲੀਨਿਕ ਛੋਟਾ ਤਾਂ ਡਾਕਟਰ ਨੂੰ ਆਉਂਦਾ ਕੁਛ ਨਹੀਂ ਹੋਣਾ ਹਨਾ। ਉਹ ਫਿਰ ਨਹੀਂ, ਉਹ ਤੋਂ ਬਾਅਦ ਹੋਰ ਵੀ ਚੀਜ਼ ਹੈ ਨਾ, ਫਿਰ ਤੋਂ ਪੈਸੇ ਦੇਣ ਤੋਂ ਵੀ ਡਰਦੇ ਨੇ। ਪੈਸੇ ਉੱਥੇ ਮਿਲਦੇ ਜਿੱਥੇ ਬਹੁਤ ਕੁਝ ਹੋਵੇ, ਉੱਥੇ ਪੈਸੇ
ਨਹੀਂ ਜੀ ਆਪਾਂ 1500 ਚ ਉਹਨਾਂ ਨੂੰ ਦਵਾਈ ਦਿੱਤੀ। ਹਾਂਜੀ ਉਹਨਾਂ ਨੂੰ ਮੁੜ ਕੇ ਜਿਹੜਾ ਟੀਵੀ ਤੇ ਨਹੀਂ ਐਡ ਆਉਂਦੀ ਹੁੰਦੀ ਡਾਇਲਸਿਸ ਤੋਂ ਬਾਅਦੋਂ ਉਦੋਂ ਬਾਅਦ ਚੁੱਕਿਆ ਉੱਥੇ ਲੈ ਗਏ ਦਿੱਲੀ ਉਹ ਦਵਾਈ ਲਿਆਉਣ। ਨਾਲੇ ਉਹਨਾਂ 15000 18000 ਰੁਪਈਆ ਲੈਣਾ। ਮੇਰੇ ਮੱਲਾ ਦੇ ਨਾਲ ਹੀ ਆ ਮਨਦੀਪ ਸਿੰਘ ਆ, ਉਹਨਾਂ ਦੀ ਮਤਲਬ ਮਦਰ ਸੀ ਕਾਲੇ ਕੇ ਪਿੰਡ ਆ। ਸਾਮੀ ਕਾਫੀ 200-250 ਕਿੱਲਾ ਪੈਲੀ ਆ, ਪੈਸੇ ਜਿਆਦੇ ਆਪਣੀ ਦੁਕਾਨ ਉਹਨਾਂ ਨੂੰ ਨਿੱਕੀ ਲੱਗੀ ਪਰ ਮੈਂ ਉਹਨਾਂ ਨੂੰ ਸਮਝਾਇਆ ਨਹੀਂ ਸਮਝ ਪਾਏ। ਉਸ ਤੋਂ ਬਾਅਦ ਉੱਥੇ ਲੈ ਗਏ ਜੀ ਉਹਨਾਂ ਕੋਲੇ, ਉਹਨਾਂ 18000 ਰੁਪਈਆ ਦੇ 2 ਮਹੀਨੇ ਦਵਾਈ ਖਾਣ ਤੋਂ ਬਾਅਦ ਜਿਹੜਾ ਕ੍ਰੀਟਿਨਿਨ ਉਹ 11 ਤੇ ਚਲੇ ਗਿਆ, ਡਾਇਲਸਿਸ ਸ਼ੁਰੂ ਹੋ ਗਿਆ। ਪਹਿਲਾਂ ਕਰਾਉਣ ਨਾ ਦੇਣ, ਫਿਰ ਕਹਿੰਦੇ ਨਹੀਂ ਤੁਸੀਂ ਇੱਕ ਵਾਰੀ ਡਾਇਲਸਿਸ ਕਰਾ ਕੇ ਹਰਿਦੁਆਰ ਆ ਜਾਓ। ਫਿਰ ਹਰਿਦੁਆਰ ਚਲੇ ਗਏ, ਉੱਥੇ 8 ਦਿਨ ਰੱਖਿਆ ਤੇ ਪਰਸੋਂ ਉਹਨਾਂ ਨੇ ਇੱਥੇ ਆਪਣੇ ਆਪ ਹੀ ਚਲੇ ਗਏ। ਰੋਲੈਕਸ ਦੀ ਵਾਚ ਬਣੀ ਹੋਈ ਸੀ ਤੇ ਦੋਨੋਂ ਹੱਥਾਂ 'ਚ ਮਤਲਬ ਡਾਇਮੰਡ ਰਿੰਗਸ ਪਾਈਆਂ ਸੀ। ਅੱਛਾ ਮੈਂ ਇਹਨਾਂ ਚੀਜ਼ਾਂ ਨੂੰ ਨਾ ਮੇਰੇ ਹੁਣ ਵੀ ਨਹੀਂ ਮੈਂ ਦਿਮਾਗ 'ਚ ਜਾਂਦਾ ਕਿ ਮੈਨੂੰ ਲੱਗਦਾ ਹੁੰਦਾ ਕਿ ਪੇਸ਼ੈਂਟ ਜਿਵੇਂ ਦਾ ਵੀ ਆ ਜਿੰਨਾ ਕੋ ਆਪਣੀ ਮੈਡੀਸਿਨ ਦਾ ਮਾਰਜਿਨ ਉਹਨਾਂ ਨੂੰ ਲਓ ਹਨਾ। ਉਹੀ ਗੱਲ ਕਿ ਮੈਨੂੰ ਸ਼ਾਇਦ ਮਾਰਕੀਟ ਨਹੀਂ ਆਉਂਦੀ ਜਾਂ ਮੈਨੂੰ ਬਿਜ਼ਨਸ ਨਹੀਂ ਆਉਂਦਾ ਹਨਾ। ਇਸ ਚੀਜ਼ 'ਚ ਮੈਂ ਬਹੁਤ ਵੀਕ ਆ ਤੇ ਮਤਲਬ ਸਿੱਖਣ ਦੀ ਕੋਸ਼ਿਸ਼ ਕਰਦੀ ਹਾਂ ਪਰ ਨਹੀਂ, ਮੇਰੀ ਹਿਊਮਿਲਿਟੀ ਕਿਤੇ ਨਾ ਕਿਤੇ ਮੈਨੂੰ ਮਤਲਬ ਉਸ ਚੀਜ਼ ਤੋਂ ਪਿੱਛੇ ਧੱਕ ਦਿੰਦੀ ਆ। ਤਾਂ ਉਹ ਬੰਦੇ ਨੂੰ ਮੈਂ ਮੈਡੀਸਿਨ ਦਿੱਤੀ 10 ਦਿਨ ਦੀ ਦਿੱਤੀ ਪ੍ਰੋਫੈਸਰ। 10 ਦਿਨ 'ਚ ਉਹਦੀਆਂ 3 ਕੇ 4 ਸਟੋਨਸ ਬਾਹਰ ਹੋ ਗਈਆਂ। ਬਟ ਮੇਰੀ ਪ੍ਰੋਬਲਮ ਕੀ ਰਹੀ, ਮੈਂ ਤਾਂ ਸਿਰਫ 500 ਰੁਪਏ ਲਿਆ। ਹਾਂ ਉਹ ਕਿਉਂਕਿ ਮੇਰੇ ਦਿਮਾਗ 'ਚ ਉਹਦੀ ਵਾਚ ਤੇ ਉਹਦੀਆਂ ਰਿੰਗਸ ਨਹੀਂ ਨਾ ਗਈਆਂ ਵੀ ਉਹ ਬੰਦਾ ਇੰਨੀਆਂ ਮਹਿੰਗੀਆਂ ਰਿੰਗਸ ਪਾਈ ਬੈਠਾ ਤੇ ਹਨਾ ਵੀ ਸ਼ਾਇਦ ਵੀ ਉਹਦਾ ਹਾਂ ਵੀ ਉਹਦਾ ਮੈਂਟਲ ਲੈਵਲ ਇੰਨਾ ਕੁ ਹੋਊਗਾ। ਮੈਨੂੰ ਤਾਂ ਐਂ ਹੁੰਦਾ ਵੀ ਪ੍ਰਵਿੰਦਰ ਬੈਠਾ ਉਹਨੇ ਕਿਹਾ ਸੀ ਕਿ ਮੁੜ ਕੇ ਨਹੀਂ ਆਉਂਦਾ। ਹਾਂ ਬਿਲਕੁਲ ਬਾਹਰ ਫਾਸਟਰ ਵੀ ਖੜੀ ਸੀ। ਹਾਂ ਵੀਰੇ ਨੇ ਮੈਨੂੰ ਕਿਹਾ ਸੀ, ਕਹਿੰਦਾ ਕਿੰਨੇ ਪੈਸੇ ਲਏ? ਮੈਂ ਕਿਹਾ 500। ਕਹਿੰਦਾ ਠੀਕ ਭਾਵੇਂ ਹੋ ਜਾਏ ਪਰ ਬੰਦਾ ਮੁੜ ਕੇ ਨਹੀਂ ਆਉਂਦਾ। ਔਰ ਵਾਕਈ ਨਹੀਂ ਆਇਆ। ਹੁਣ ਨਹੀਂ ਦਵਾਈ ਲੈ ਕੇ ਉਹਨੇ ਮੈਸੇਜ ਨਹੀਂ ਪਹੁੰਚਾਇਆ ਵੀ ਹਾਂਜੀ ਮੇਰੀਆਂ ਇੰਨੀਆਂ ਸਟੋਨਸ ਨਿਕਲ ਗਈਆਂ ਪਰ ਮਤਲਬ ਮੈਨੂੰ ਦਵਾਈ ਜਚੀ ਨਹੀਂ। ਅਕਸਰ ਮੈਡਮ ਪਤਾ ਕੀ ਹੈ ਗਲਤੀ ਉਹਨਾਂ ਦੀ ਵੀ ਜਿੰਨਾ ਚਿਰ ਤਕੜਾ ਮਾਂਜਾ ਨਾ ਲੱਗੇ ਉਹਨਾਂ ਚਿਰ ਮੈਂ ਉਹੀ ਕਹਿ ਰਹੀ ਹਾਂ ਨਾ ਵੀ ਸ਼ਾਇਦ ਉਹ ਕਿਤੇ ਸ਼ਾਇਦ ਮੇਰੇ ਵੱਲੋਂ ਕਿਤੇ ਕਮੀ ਰਹਿ ਜਾਂਦੀ ਆ ਵੀ ਮੇਰੀ ਹਿਊਮੈਨਿਟੀ ਵਿੱਚ ਆ ਜਾਂਦੀ ਵੀ ਯਾਰ ਕਾਹਨੂੰ ਹੋਏ ਨੇ ਮੈਨੂੰ ਇਹ ਹੁੰਦਾ ਕਿ ਇਹਨਾਂ ਦਾ ਕੀ ਲਾਵਾਂ। ਇਹ ਵੀ ਮੈਂ ਸਭ ਨੂੰ ਇੱਕ ਗੱਲ ਕਹਿਣੀ ਆ ਵੀ ਨਾ ਪਲੀਜ਼ ਇੱਕ ਨਾ ਉਹ ਸਾਨੂੰ ਉਹ ਵੀ ਬਣਾ ਕੇ ਦਿਓ ਸਟੇਟਸ ਹਨਾ, ਇੱਕ ਸਿੰਬਲ ਕਿ ਅਸੀਂ ਕਿਦਾਂ ਦੇ ਪੇਸ਼ੈਂਟ ਤੋਂ ਇਹਨਾਂ ਚੀਜ਼ਾਂ ਨੂੰ ਕਿੰਨੀ ਮਤਲਬ ਪੇਮੈਂਟ ਲੈ ਸਕਦੇ ਹਾਂ। ਮੈਂ ਦੱਸਦਾ ਕਿਰਪਾ ਵੀ ਹੋਈ ਕਿ 50-50 ਰੁਪਈਆ ਤੋਂ ਤੱਕ ਬਹੁਤ ਸਾਰੇ ਦਿਨ ਵੇਖੇ ਆ। ਇਸ ਕਰਕੇ ਹਮੇਸ਼ਾ ਹੀ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜੇ ਬੰਦਾ ਮਾਤਾ ਤੇ ਕਿੰਨੀ ਉਹ ਜਿਵੇਂ ਡਾਕਟਰ ਆਤਮਾ ਸਿੰਘ ਜੀ ਨੇ ਦੱਸਿਆ ਵੀ 200 ਹੀ ਦੇ ਜਾ, ਕੋਈ ਨਹੀਂ ਤੂੰ ਇਲਾਜ ਕਰਾ। ਇਹ ਚੀਜ਼ ਆਪਣੇ 'ਚ ਜ਼ਰੂਰ ਚਾਹੀਦੀ। ਆਪਾਂ ਉਹਨਾਂ ਦੇ ਨਾਲ ਦੇ ਨਹੀਂ ਹੈਗੇ, ਆਪਾਂ ਬਹੁਤ ਵਾਕਾ ਵੱਧ ਰਹੇ ਆ ਹੌਲੀ ਹੌਲੀ ਇੱਕ ਇੱਕ ਕਰਕੇ। ਉੱਥੇ ਜਦੋਂ ਮੇਰੀ ਪਹਿਲੀ ਵਾਰੀ ਦਵਾਈ ਗਈ ਸੀ IgE ਲੈਵਲ ਬੱਚੇ ਦਾ ਵਧਿਆ ਸੀ, ਬਹੁਤ ਪ੍ਰੋਬਲਮ ਸੀ, ਸਾਡੇ ਨਾਲ ਡਿਸਕਸ ਕਰਕੇ ਭੇਜੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਪੈਸੇ ਕਿੰਨੇ ਆ। ਆਪਾਂ ਰੂਟੀਨ 'ਚ 500 ਰੁਪਈਆ ਤੋਂ ਵੱਧ ਮੈਂ ਵੀ ਨਹੀਂ ਲੈਂਦਾ 30 ml ਦਵਾਈ ਬਣਾ ਤੇ ਮੈਂ ਕਿਹਾ ਚੱਲ ਯਾਰ ਕੋਈ ਨਹੀਂ ਜਾਇਜ਼ ਲੈ ਲਾ। कहना नहीं नहीं आपके पैसे पूरे लो। नहीं 1500 में कौन दवाई खाएगा और 5 करवाता ਆਪਾਂ ਹਰ ਬੰਦੇ ਨੂੰ ਜੇ ਜ਼ਿਆਦਾ ਮਹਿੰਗੀ ਦਵਾਈ ਦੇਵਾਂਗੇ ਤੇ ਆਪਣੇ ਕੋ ਬੰਦੇ ਘਟ ਜਾਣਗੇ। ਹਾਂ ਜ਼ਿਆਦਾ MRPs ਆਪਾਂ ਲਾਵਾਂਗੇ ਤਾਂ ਫਿਰ ਆਪਣਾ ਜੋ ਆਪਾਂ ਇੱਕ ਕਾਮਨ ਡੈਫੀਨੇਸ਼ਨ ਆਪਣੀ ਵੀ ਇਲੈਕਟ੍ਰੋਮੋਪੈਥੀਜ਼ ਆ ਚੀਪੈਸਟ ਪੈਥ, ਸਭ ਤੋਂ ਸਸਤੀ ਪੈਥੀ ਹੈ। ਹਾਂਜੀ ਸਭ ਤੋਂ ਸਸਤੀ। ਉਹਨੂੰ ਕਿਵੇਂ ਆਪਾਂ ਡਿਫਾਈਨ ਕਰਾਂਗੇ? ਆਪਾਂ ਨੂੰ ਦੂਸਰੀਆਂ ਪੈਥੀਜ਼ ਦੇ ਨਾਲੋਂ ਐਟਲੀਸਟ 10 ਗੁਣਾ ਸਸਤਾ ਇਲਾਜ ਮੁਹੱਈਆ ਕਰਾਉਣਾ ਪਊਗਾ ਸੋਸਾਇਟੀ ਨੂੰ। ਤੇ ਤਾਂ ਆਪਣਾ ਪਹਿਲਾ ਨੰਬਰ ਆਊਗਾ। ਠੀਕ ਹੈ ਨਾ ਜੀ? ਤਾਂ ਇਹਦੇ ਚ ਐਡਾ ਨਹੀਂ ਹੈ ਫਿਰ ਤਾਂ ਇਹ ਐਲੋਪੈਥੀ ਨੂੰ 2 ਰੁਪਏ ਦੀ ਚੀਜ਼ ਹੈਗੀ ਹੈ ਤੇ 20 ਰੁਪਏ ਜਿਹੜਾ ਹੈਗਾ ਉਹਦਾ ਪ੍ਰਿੰਟ ਰੱਖਦੀ ਹੈ। ਜੇ ਕਹੇ ਮੇਰੇ ਵੀਰ ਨੇ ਉਹ ਵੀ ਕੰਮ ਕਰਨਾ ਨਾ ਤੇ ਮੋਗੇ ਸਿਖਾਉਂਦੇ ਆ। ਉਹ ਕੀ ਕਰਦੇ, ਮੇਰੇ ਕੋਲ ਪੇਸ਼ੈਂਟ ਆਉਂਦੇ ਆ, ਉਹ ਵਿਚਾਰਾ ਆਇਆ ਬੰਗੇ ਤੋਂ, ਉਹਨਾਂ ਦੇ ਲੀਵਰ ਦੀ ਪ੍ਰੋਬਲਮ ਸੀ, ਫੈਟੀ ਲੀਵਰ ਦੀ। ਉਹਨਾਂ ਨੂੰ 3 ਤਰ੍ਹਾਂ ਦੇ ਨਾਲ ਜੂਸ ਦਿੱਤੇ ਉਹਨਾਂ ਨੇ ਤੇ 7500 ਰੁਪਇਆ ਲੈਣਾ ਮਹੀਨੇ। ਉਹ ਮੇਰੇ ਕੋਲ ਆਇਆ ਜਦੋਂ ਮੈਂ ਲਿਆ 500 ਰੁਪਇਆ, ਕਹਿੰਦੇ ਡਾਕਟਰ ਸਾਹਿਬ ਭਲੇਖਾ ਤਾਂ ਨਹੀਂ ਲੱਗਾ? ਠੀਕ ਹੈ। ਮੈਂ ਕਿਹਾ ਕਹਿੰਦਾ ਯਾਰ 3-4 ਸਾਨੂੰ ਜੂਸ ਦਿੱਤੇ, ਮੈਂ ਆਰਾਮ ਆ ਗਿਆ ਇਹਨਾਂ ਨਾਲ। ਮਤਲਬ ਹੌਲੀ ਹੌਲੀ ਉਹਦਾ ਨੈਗੇਟਿਵ ਜਾਂਦਾ ਅਸਰ। ਲੰਮੇ ਟਾਈਮ ਜੇ ਆਪਾਂ ਸੋਚਾਂਗੇ ਨਾ ਤੇ
ਇੱਕ ਸਮੇਂ 'ਚ ਆ ਕੇ ਪੈਸਾ ਹਰੇਕ ਨੂੰ ਜ਼ਰੂਰਤ ਆ, ਮਹਿੰਗਾਈ ਦਾ ਦੌਰ ਆ, ਹਰ ਇੱਕ ਬੰਦਾ ਫਸਿਆ, ਦਵਾਈ ਪਤਾ ਨਹੀਂ ਕਿਵੇਂ ਲੈਂਦਾ। ਇਹਦੇ ਲਈ ਆਪਾਂ ਨੂੰ ਸੇਵਾ ਭਾਵਨਾ ਬਣਾਉਣੀ ਪੈਣੀ। ਨਹੀਂ ਫਿਰ ਉਹਨਾਂ ਪੇਸ਼ੈਂਟ ਦਾ ਕੀ ਕਰੀਏ ਤੁਹਾਡੇ ਨਾਲ ਕੰਟੈਕਟ ਉਹਨਾਂ ਨੂੰ ਲੈਣੇ, ਉਹਨਾਂ ਨੂੰ ਨਾਲ ਉਹ ਜਿਹਾ ਦੇਖੋ ਉਹਨਾਂ ਦਾ ਜੋ ਹੈਗਾ ਹੈ ਰਿਸਪੌਂਸ ਜਿਹੜਾ ਇਹ ਹੁੰਦਾ ਤੇ ਤੁਸੀਂ ਆਪਦਾ ਕੰਸਲਟੇਸ਼ਨ ਫੀਸ ਜਿੱਕਰ ਸ਼ਿਕਾਇਤ ਉਹ ਲਵਾਇਆ ਉੱਤੇ ਕੋਈ ਐਮਆਰਪੀ ਨਹੀਂ, ਉੱਤੇ ਬਾਈ ਨਾ ਬਣਿਆ ਜਿਹੜੀ ਐਮਆਰਪੀ ਉਹਦੇ ਤੇ ਲਿਖਾਈ ਜਾ ਸਕਦੀ ਹੈ। ਅੱਜ ਉਹ ਪਿੱਛੇ ਪੂਰਾ ਬੈਠੀ ਆ 5-7 ਹਜ਼ਾਰ ਉਹਨੇ ਇਕੱਠਾ ਸ਼ਾਮ ਤੇ ਕਰ ਦੇਣਾ। ਜਿਹੜੇ ਮਰੀਜ਼ ਉਹਦੇ ਕੋ ਨਹੀਂ ਉਹ ਡੈਡੀ ਆਣ ਕੇ ਮਿਲਣਗੇ, ਉਹ ਵੀ ਇੰਨਾ ਕਹਾ ਵੀ ਮੈਂ ਦੱਸ ਨਹੀਂ ਸਕਦਾ। ਜੇ ਮੇਰਾ ਕੋਈ ਮੋਬਾਈਲ ਖੋਲ ਕੇ ਦੇਖੋ ਤਾਂ ਪੂਰਾ ਦਿਨ ਲੱਗੂਗਾ ਵੀ ਇੰਨੇ ਬੰਦੇ ਚਮੜੀ ਦੇ ਕੋ ਆਉਂਦੇ ਆ, ਔਰ ਦੂਸਰੇ ਵੀ ਬਹੁਤ ਆਉਂਦੇ ਆ, ਬੇਅੰਤ ਆਉਂਦੇ ਆ, ਔਰ ਮੇਰਾ ਰੇਟ ਇਹਨਾਂ ਕੀ ਆ। ਕਿਡਨੀ ਫੇਲੀਅਰ ਦੀ ਜੇ ਆਪਾਂ ਗੱਲ ਕਰੀਏ ਤਾਂ ਰਿਸਰਚ ਪ੍ਰੋਡਕਟ ਜੇ ਆਪਣਾ ਚੱਲ ਰਿਹਾ, ਜਿੱਦਾਂ ਮੈਡਮ ਨੇ ਦੱਸਿਆ ਵੀ ਸਾਰੀਆਂ ਸਟੇਜਸ ਆਪਾਂ ਕਵਰ ਅਪ ਕਰਦੇ ਆ, ਪਰ ਪੇਰੈਂਟ ਕਾਈਮਲ ਡਿਸੀਜ਼ ਜਿਹੜੀ ਹੈ ਉਹਦੇ ਤੇ ਅਜੇ ਹੋਰ ਵਰਕ ਹੋਣਾ। ਜਿੱਦੇ ਉਹ ਵਰਕ ਹੋਊਗਾ ਤਾਂ ਆਪਾਂ ਆਫੀਸ਼ੀਅਲੀ ਲਾਂਚ ਹੀ ਕਰ ਦਿਆਂਗੇ। ਤਾਂ ਫਿਰ ਵੀ ਕਿਸੇ ਨੂੰ ਚਾਹੀਦਾ ਤਾਂ ਮੈਡਮ ਨੂੰ ਮਿਲ ਕੇ ਉਹਨਾਂ ਦਾ ਆਪਣਾ ਇੱਕ ਬੜੀ ਕੰਮ ਚਲਾਉਣ ਜੋਗਾ ਜਿਹੜੀ ਉਹ ਕਿਡਸ ਜਿਹੜੀ ਹੈ ਪਰਸਨਲੀ ਲੈ ਸਕਦੇ। ਤਾਂ ਥੈਂਕਸ ਕਰਦਾ ਮੈਂ ਸਾਰਿਆਂ ਲਈ ਇੱਥੇ ਆਉਣ ਲਈ। ਤਾਂ ਡਾਕਟਰ ਧਰਮਿੰਦਰ ਜੀ ਆਪ ਅੱਗੇ ਕੰਟੀਨਿਊ ਕਰਨਗੇ। ਕੋਈ ਹੋਰ ਵੀ ਕੋਈ ਐਕਸਪੀਰੀਅੰਸ ਆਪਣਾ ਕਰਨਾ ਚਾਹੁੰਦਾ ਸ਼ੇਅਰ ਤਾਂ ਦੱਸ ਸਕਦਾ, ਕੋਈ ਸਮੱਸਿਆ ਵੀ ਹੋਵੇ ਤਾਂ ਉਹ ਵੀ ਦੱਸ ਸਕਦਾ। ਰੀਹੈਬ ਦਾ ਸਰ ਜੀ, ਹਾਂਜੀ ਇੱਕ ਰੀਹੈਬ ਦਾ ਸੀਗਾ ਜੀ। ਹਾਂਜੀ ਬੋਲੋ। ਤੇ ਕੋਈ ਮੈਡਮ ਆਏ ਸੀਗੇ ਸਰਕਾਰੀ ਜੌਬ ਤੇ, ਸੋ ਕਹਿ ਰਹੇ ਸੀ ਮੇਰੇ ਹਸਬੰਡ ਸ਼ਰਾਬ ਬਹੁਤ ਪੀਂਦੇ ਆ ਵੀ ਉਹ ਛੱਡਣਾ ਵੀ ਨਹੀਂ ਚਾਹੁੰਦੇ। ਅੱਛਾ ਤੇ ਕੋਈ ਏਦਾਂ ਦੀ ਦਵਾਈ ਦਿਓ। ਬੇਸ਼ੱਕ ਇਹ ਦਵਾਈ ਗਈ ਸੀ ਕਿਤੋਂ, ਤੇ ਉਹਨਾਂ ਨੇ ਪੁਰਗਾ ਲਈਆਂ ਵੀ ਉਹ ਸ਼ਰਾਬ ਪੀਤੀ ਤਾਂ ਉਹਨਾਂ ਨੂੰ ਐਲਰਜੀ ਹੋ ਗਈ। ਉਹ 2.5 ਸਾਲ ਫਰੇਮ ਦਾ ਹੁੰਦੀ ਹੈ। ਤੇ ਫਿਰ ਉਹਨਾਂ ਨੂੰ ਆਪਾਂ ਰੀਹੈਬ ਦਿੱਤਾ ਜੀ ਆਪਣਾ, ਤੇ ਤੁਸੀਂ ਉਹਨਾਂ ਤੋਂ 1200 ਹੀ ਲਿਆ ਸੀਗਾ। ਪਰ ਮੈਨੂੰ 15 ਦਿਨਾਂ ਬਾਅਦ ਕਹਿੰਦੇ ਉਹ ਸਹੀ ਹੋ ਗਈ। ਔਰ ਬਗੈਰ ਦੱਸੇ ਦਿੱਤੀ ਹੋਈ, ਬਗੈਰ ਦੱਸੇ ਦਿੱਤੀ। ਦਿੱਤੀ ਸੀ। ਹਾਂ ਤਾਂ ਜਦੋਂ ਆਪਣਾ ਨਸ਼ੇ ਛੁਡਾਉਣ ਵਾਲੀ ਦਵਾਈ ਰੀਹੈਬ ਹੈ ਤਾਂ ਉਹਨੂੰ ਬਗੈਰ ਦੱਸੇ ਵੀ ਦਿੱਤਾ ਜਾ ਸਕਦਾ ਹੈ। ਉਹਦੇ ਤੇ ਚਿੱਟੇ ਤੇ ਬਹੁਤ ਅੱਛਾ ਰਿਜ਼ਲਟ ਹੈ। ਜੋ ਅੱਜ ਕੱਲ੍ਹ ਚਿੱਟੇ ਦਾ ਚੱਲ ਰਿਹਾ ਉਹਦੇ ਤੇ ਨੈਕਸਟ ਡੇ ਹੀ ਛੱਡ ਜਾਂਦਾ ਹੈ। ਇਹਦਾ ਵਧੀਆ ਜਿਹੜਾ ਹੈ ਸੈਮੀਨਾਰ ਜਿਹੜਾ ਸੈਮੀਨਾਰ ਨਹੀਂ ਬਲਕਿ ਇੱਕ ਕ੍ਰਿਏਟਿਵ ਵੇ ਦੇ ਨਾਲ ਜਿਸ ਤਰੀਕੇ ਦੇ ਨਾਲ ਤੁਸੀਂ ਔਰ ਮੈਡਮ ਨੇ ਇਹਨੂੰ ਆਰਗੇਨਾਈਜ਼ ਕਰਾਇਆ, ਔਰ ਜਿਸ ਤਰੀਕੇ ਨਾਲ ਡਾਕਟਰਸ ਫਰੋਮ ਡਿਫਰੈਂਟ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਇਵਨ ਹਰਿਆਣਾ ਤੋਂ ਵੀ ਡਾਕਟਰ ਜਿਹੜੇ ਪਹੁੰਚੇ ਔਰ ਉਹਨਾਂ ਨੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ, ਔਰ ਉਹ ਜਿਹੇ ਐਕਸਪੀਰੀਅੰਸ ਸ਼ੇਅਰ ਕੀਤੇ ਜਿਹੜੀਆਂ ਕਿ ਕਰੋਨਿਕ ਤੋਂ ਕਰੋਨਿਕ ਬਿਮਾਰੀਆਂ, ਜਿੱਦਾਂ ਕਿਡਨੀ ਫੇਲਰ ਦੀ ਗੱਲ ਹੋਈ ਆ, ਜਿੱਦਾਂ ਕੈਂਸਰ ਦੀ ਗੱਲ ਹੋਈ ਹੈ। ਕੀ ਕਹਿਣਾ ਚਾਹੋਗੇ ਕਿ ਇਹ ਜਿਹੜੇ ਹਰ ਮਹੀਨੇ ਬਾਅਦ ਦੇ ਵਿੱਚ ਜਿਹੜਾ ਤੁਸੀਂ ਇਹ ਸੈਮੀਨਾਰ ਕਰਦੇ ਹੋ, ਜਿਹਦੇ ਵਿੱਚ ਐਲਕੈਮੀ ਜਿਹਦਾ ਬਹੁਤ ਵੱਡਾ ਰੋਲ ਆ, ਜਿਹਦੀ ਜਿਹੜੀ ਫੂਡ ਹਰਬਲ ਤੇ ਇਲੈਕਟ੍ਰੋ ਹੋਮਿਓਪੈਥਿਕ ਪ੍ਰੋਡਕਟਸ ਜਿਹੜੀ ਹੈਗੀ ਆ ਮਾਰਕੀਟ 'ਚ ਲੈ ਕੇ ਆ ਰਹੀ ਆ, ਉਹਦੇ ਰਿਜ਼ਲਟ ਜਿਹੜੇ ਹੈਗੇ ਆ ਉਹਨਾਂ ਨੂੰ ਬਣਾਉਣ ਦਾ ਪਹਿਲਾਂ ਤੁਹਾਡਾ ਸਿਸਟਮ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਮੈਨੂਫੈਕਚਰ ਖੁਦ ਕਰਾਉਂਦੇ ਹੋ, ਔਰ ਉਹਦੇ ਵਿੱਚ ਕਿਉਂਕਿ ਬੀਇੰਗ ਮੈਡੀਕਲ ਮੈਨ, ਕਿਉਂਕਿ ਤੁਸੀਂ ਖੁਦ ਜਿਹੜੇ ਹੈਗੇ ਆ ਫਾਰਮੇਸੀ ਦੇ ਨਾਲ ਫਾਰਮ ਹੋ ਔਰ ਇਸ ਫੀਲਡ ਦੇ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਵੈਲਕਮ ਕਰੂੰਗਾ ਸਰ, ਅੱਜ ਤੁਸੀਂ ਇੰਨਾ ਕੀਮਤੀ ਵਕਤ ਦਿੱਤਾ ਸਾਨੂੰ ਇੱਥੇ ਆ ਕੇ ਕਵਰ ਕੀਤਾ। ਸਾਡਾ ਛੋਟਾ ਜਿਹਾ ਇੱਕ ਸਮਝ ਲਓ ਵੀ ਐਫਰਟਸ ਹੈ ਵੀ ਜੋ ਨਵੇਂ ਸਾਡੇ ਯੰਗ ਡਾਕਟਰਸ ਨੇ, ਨਵੇਂ ਸਿੱਖਣ ਵਾਲੇ ਇਲੈਕਟ੍ਰੋਮੋਪੈਥ ਆ ਰਹੇ ਆ, ਤਾਂ ਉਹਨਾਂ ਲਈ ਅਸੀਂ ਟੈਕਨੀਕਲ ਕਲਾਸ ਜਿਹੜਾ ਹੈਗਾ ਕਨੈਕਟ ਕਰਦੇ ਆ, ਜਿਹਦੇ 'ਚ ਜੋ ਪੁਰਾਣੇ ਡਾਕਟਰ ਸਾਡੇ ਸੀਨੀਅਰ ਡਾਕਟਰਸ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਵੀ ਕਿੱਦਾਂ ਦੇ ਮਰੀਜ਼ ਉਹਨਾਂ ਨੇ ਠੀਕ ਕੀਤੇ, ਕੀ ਉਹਨਾਂ ਨੂੰ ਫਾਰਮੂਲੇਸ਼ਨ ਦਿੱਤੀ ਤਾਂ ਕਿ ਮੋਟੀਵੇਟ ਹੋ ਸਕਣ ਸਾਡੇ ਜਿਹੜੇ ਹੈਗੇ ਨੇ ਯੰਗ ਡਾਕਟਰਸ। ਔਰ ਨਾਲ ਜਿਹੜਾ ਹੈਗਾ ਕੁਝ ਟੈਕਨੀਕਲ, ਮੈਡਮ ਵਰਿੰਦਰ ਕੌਰ ਜੀ ਦਾ ਲੈਕਚਰ ਹੁੰਦਾ, ਮੇਰਾ ਲੈਕਚਰ ਹੁੰਦਾ ਵੀ ਅਨਾਟਮੀ, ਫਿਜ਼ੀਓਲੋਜੀ, ਪੈਥੋਲੋਜੀ ਔਰ ਜਿਹੜਾ ਹੈਗਾ ਫਾਰਮਾਕੋਲੋਜੀਕਲ ਜੋ ਹੈ ਕਿੱਦਾਂ ਬਿਮਾਰੀਆਂ ਹੁੰਦੀਆਂ ਨੇ, ਕਿੱਦਾਂ ਉਹਨਾਂ ਨੂੰ ਠੀਕ ਕੀਤਾ ਜਾਂਦਾ, ਡੋਜ਼ ਦਿੱਤਾ ਜਾਂਦਾ। ਤਾਂ ਵੀ ਇਹ ਇੱਕ ਦਿਨ ਜਿਹੜਾ ਹੈਗਾ ਕੀਮਤੀ ਟਾਈਮ ਕੱਢ ਕੇ ਜੋ ਡਾਕਟਰਸ ਆ ਰਹੇ ਆ ਵੀ ਉਹਨਾਂ ਨੂੰ ਅਸੀਂ ਅਪਡੇਟ ਕਰੀਏ ਤੇ ਸਿਖਾਈਏ ਵੀ ਇਲੈਕਟ੍ਰੋਮੋਪੈਥੀ ਨੂੰ ਆਪਾਂ ਹੋਰ ਕਿਵੇਂ ਅੱਗੇ ਲੈ ਕੇ ਜਾ ਸਕਦੇ ਆ। ਜੋ ਨਵੀਂ ਸਰਕਾਰ ਆਪਣੀ ਹੈ ਤਾਂ ਸੀਐਮ ਭਗਵੰਤ ਮਾਨ ਜੀ ਤੋਂ ਤਾਂ ਅਸੀਂ ਕਾਫੀ ਮਤਲਬ ਆਸ ਰੱਖਦੇ ਹਾਂ, ਕਿਉਂਕਿ ਟਾਈਮ ਟੂ ਟਾਈਮ ਉਹਨਾਂ ਨੇ ਹੀ ਇਲੈਕਟ੍ਰੋਮੋਪੈਥੀ ਦੀ ਗੱਲ ਜਿਹੜੀ ਹੈਗੀ ਹੈ ਸਰਕਾਰ ਅੱਗੇ ਚੱਕੀ, ਸੈਂਟਰਲ ਗੌਰਮੈਂਟ 'ਚ ਵੀ ਉਹਨਾਂ ਨੇ ਰੱਖੀ, ਤਾਂ ਇੱਕ ਮਤਲਬ ਪਛਾਣ ਦਿੱਤੀ ਉਹਨਾਂ ਨੇ ਪੰਜਾਬ ਨੂੰ ਰਿਪਰੈਜ਼ੈਂਟ ਕਰਕੇ ਜਿਹੜਾ ਇਲੈਕਟ੍ਰੋਮੋਪੈਥੀ ਤੋਂ। ਤੇ ਅਸੀਂ ਬੜੇ ਮਤਲਬ ਕਿ ਜਿਹੜੇ ਉਹਨਾਂ ਤੋਂ ਐਕਸਪੈਕਟ ਕਰਦੇ ਔਰ ਬੜੇ ਹੀ ਮਤਲਬ ਆਸ਼ਵਾਨ ਹੈਗੇ ਆ ਵੀ ਉਹ ਇਲੈਕਟ੍ਰੋਮੋਪੈਥੀ ਦਾ ਕੁਛ ਨਾ ਕੁਛ ਆਧਾਰ ਕਰਨਗੇ, ਇਹਨੂੰ ਜਿਹੜਾ ਅਪਰੂਵਲ ਨਹੀਂ ਜਿਹੜਾ ਹੈਗਾ ਐਟਲੀਸਟ ਪੰਜਾਬ ਦੇ ਵਿੱਚ ਉਹ ਕਰਨਗੇ। ਔਰ ਮੈਂ ਤੁਹਾਡੇ ਚੈਨਲ ਦੇ ਰਾਹੀਂ ਜਿਹੜਾ ਹੈਗਾ ਮੈਂ ਰਿਕੁਐਸਟ ਵੀ ਕਰਦਾ ਹੈ ਆਪਣੇ ਸੀਐਮ ਸਾਹਿਬ ਨੂੰ ਵੀ ਉਹ ਸਾਨੂੰ ਪ੍ਰੈਜੈਂਟੇਸ਼ਨ ਦਾ ਇੱਕ ਮੌਕਾ ਦੇਣ ਤਾਂ ਕਿ ਅਸੀਂ ਦੱਸ ਸਕੀਏ ਵੀ ਇਲੈਕਟ੍ਰੋਮੋਪੈਥੀ ਕੀ ਹੈ, ਇਹ ਕਿੰਨੀ ਸਸਤੀ ਇਲਾਜ ਪ੍ਰਣਾਲੀ ਹੈ। ਇਹ ਇਕੱਲੀ ਪੱਥਰੀਆਂ ਤੱਕ ਤਾਂ ਰਸੌਲੀਆਂ ਤੱਕ ਸੀਮਿਤ ਨਹੀਂ ਹੈ,
ਜੋ ਕ੍ਰੋਨਿਕ ਡਿਸੀਜ਼ ਹੈ, ਜਿਹਨੂੰ ਆਪਾਂ ਲਾਇਲਾਜ ਬਿਮਾਰੀਆਂ ਕਹਿੰਦੇ ਨੇ, ਜਿੱਦਾਂ ਤੁਸੀਂ ਅੱਜ ਰਿਜ਼ਲਟਸ ਦੇਖੇ, ਕਿਡਨੀ ਡਾਇਲਿਸਿਸ ਹੈ, ਕੈਂਸਰ ਹੈ, ਅਟ੍ਰੋਪੀ ਹੈ, ਬ੍ਰੇਨ ਟਿਊਮਰ ਹੈ, ਜਾਂ ਜੋ ਆਪਣੀ ਗੱਲ ਕਹਿ ਦਈਏ ਵੀ ਕ੍ਰੋਨਿਕ, ਜਿਹਨੂੰ ਆਪਾਂ ਬਿਲਕੁਲ ਕਹਿ ਦਿੰਦੇ ਵੀ ਇਹ ਲਾਇਲਾਜ ਹੈ, ਤਾਂ ਉਹਨਾਂ ਤੇ ਸਾਡੇ ਕੋਲ ਇੱਕ ਮਿਰੈਕਲ ਔਰ ਬੜੇ ਵਧੀਆ ਰਿਜ਼ਲਟ ਵਿਦ ਡਾਕੂਮੈਂਟਰੀ ਐਵੀਡੈਂਸ ਉਹ ਹੈ। ਔਰ ਵਰਲਡ ਦੀ ਪਹਿਲੀ PhD ਜੋ ਹੋਈ ਹੈ ਇਲੈਕਟ੍ਰੋਮੋਪੈਥੀ ਦੇ ਵਿੱਚ, ਉਹ ਸਾਡੀ ਐਲਕੈਮੀ ਲੈਬ ਦੇ ਵਿੱਚੋਂ ਇਹ ਸਾਰੀ ਸੈਂਪਲਿੰਗ ਹੋਈ ਹੈ। ਨੰਬਰ ਆਫ ਲਿਟਰੇਚਰ ਦੀ ਜੇ ਆਪਾਂ ਪਬਲੀਕੇਸ਼ਨ ਦੀ ਗੱਲ ਕਰੀਏ ਤਾਂ ਸਾਡੇ 30 ਤੋਂ ਜ਼ਿਆਦਾ ਇੰਟਰਨੈਸ਼ਨਲ ਪਬਲੀਕੇਸ਼ਨ ਹੋਏ ਆ, ਜੋ ਵੱਖ-ਵੱਖ ਬਿਮਾਰੀਆਂ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਦੇ ਕਲੀਨਿਕਲ ਟ੍ਰਾਇਲ ਕੀਤੇ, ਐਨੀਮਲ ਸਟੱਡੀ ਕੀਤੀ, ਸਾਰੀ ਕੀਤੀ। ਤਾਂ ਅਸੀਂ ਇੱਕ ਮੌਕਾ ਚਾਹੁੰਦੇ ਹਾਂ ਪੰਜਾਬ ਗੌਰਮੈਂਟ ਨੂੰ ਵੀ ਉਹ ਸਾਨੂੰ ਮੌਕਾ ਦੇਵੇ ਤਾਂ ਕਿ ਅਸੀਂ ਦੱਸ ਸਕੀਏ ਵੀ ਇਲੈਕਟ੍ਰੋਮੋਪੈਥੀ ਕੀ ਹੈ ਔਰ ਇਹ ਸਸਤੀ ਇਲਾਜ ਪ੍ਰਣਾਲੀ ਦਾ ਜੋ ਹੈ ਪੰਜਾਬ ਨੂੰ ਫਾਇਦਾ ਮਿਲ ਸਕੇ। ਸਾਡੇ +2 ਵਾਲੇ ਜਿਹੜੇ ਸੋਹਣੇ ਸੋਹਣੇ ਬੱਚੇ ਆ ਪੰਜਾਬ ਦੇ, ਉਹ ਬਾਹਰ ਜਾ ਰਹੇ ਨੇ, ਕੀ ਕਹਿਣਾ ਚਾਹੋਗੇ ਕਿ ਅਗਰ ਉਹ ਬੱਚੇ ਜਿਹੜੇ ਹੈਗੇ ਆ ਉਹ ਬਾਹਰ ਜਾਣ ਦੀ ਬਜਾਏ ਇਲੈਕਟ੍ਰੋਹੋਮੋਪੈਥ ਦਾ ਜਿਹੜਾ ਹੈਗਾ ਕੋਰਸ ਕਰਨ, ਕੀ ਕਹਿਣਾ ਚਾਹੋਗੇ ਕਿ ਇਸ ਪੈਥੀ ਦੇ ਨਾਲ ਤੁਸੀਂ ਲੋਕਾਂ ਨੂੰ ਠੀਕ ਕਰ ਸਕਦੇ ਹੋ, ਬੜਾ ਲੋਕਾਂ ਦੀਆਂ ਅਸੀਸਾਂ ਤੁਸੀਂ ਲੈ ਸਕਦੇ ਹੋ, ਔਰ ਅਗਰ ਤੁਹਾਡੇ ਨਾਲ ਜੁੜ ਜਾਂਦੇ ਆ ਤੁਸੀਂ ਉਹਨਾਂ ਨੂੰ ਆਪਣੇ ਆਪ ਟ੍ਰੇਨ ਕਰ ਲਓਗੇ, ਆਪਣੇ ਆਪ ਉਹਨਾਂ ਨੂੰ ਡਾਕਟਰ ਦਾ ਜਿਹੜਾ ਹੈਗਾ ਰੁਤਬਾ ਜਿਹੜਾ ਹੈਗਾ ਉਹਨਾਂ ਨੂੰ ਲੋਕ ਆਪ ਕਹਿਣਗੇ ਵੀ ਤੁਸੀਂ ਡਾਕਟਰ ਹੋ। हाँ बिल्कुल डॉक्टर साहब, बस वही जो छोटिया साढ़े को छोटे छोटे जोड़े समस्यावां है, जिद्दां कि एक वड्डी समस्या तो यही है भी अजे तक इलैक्ट्रोमोपैथी अप्रूवड नहीं है, जिस लिए असी एफर्ट्स कर रहे हैं। सेंट्रल गौरमेंट तो भी प्रेजेंटेशन चल रही है साड़ियां और पंजाब गौरमेंट को भी साड़ियां प्रेजेंटेशन चल रही है। तो जे अप्रूवड हो जाए तो जो बच्चे बाहर जा रहे हैं फॉरन दे विच, वो नैचुरली है भी इस पैथी डाइवर्ट होणगे और दो काम होणगे। एक तो वधिया इलाज प्रणाली जिहड़ी हैगी है पंजाब नूं मिल जूगी और सस्ती इलाज प्रणाली मिल जूगी, और जो बाहर बच्चे जा रहे हैं उन्हों का भी फ्यूचर उन्होंने इत्थे बनाउण दा एक वधिया जो है एक चांस मिलूगा। दसा राजस्थान दे च पैथी जिहड़ी हैगी आ वो रिकोगनाइज्ड है, और पंजाब जिहड़ी कि है ही प्लांट्स की धरती, पंजाब जिहड़ा ग्रीनरी का एक सोर्स है पंजाब। की कहना चाहोगे कि मैक्सीमम जिहड़ियां मैडिसिनस है, मैक्सीमम प्लांट्स है जिहड़े वो पंजाब दे विच अवेलेबल ने इलैक्ट्रोहोमोपैथी दे लई। की कहना चाहोगे कि जल्दी तो जल्दी सरकार नूं सोचना चाहिए इस चीज़ बारे, और जिहड़े इलैक्ट्रोहोमोपैथी जिहड़े रिजल्ट दे रहे हैं उन्होंने एप्रीशिएट करना चाहिए लोगों को, आम पब्लिक नूं भी, कि ऐसी प्रणाली हैगी है, क्योंकि विद एविडेंस है तुहाडे कोल फोन नंबर अगले दे बंदे दे नाल गल कर सकते लोग। जी बिल्कुल, जिद्दां पंजाब जे आपां कह दईए तां हरियाली दी या फिर जो ग्रीनरी लई और खेती लई जिहड़ी हैगी है, जे जड़ी बूटियां की गल करिए तो आप 114 जड़ी बूटियां जिहड़ियां हैगियां ने उन्हां चों नीयर अबाउट 70 to 80 जड़ी जड़ी बूटियां अपने जिहड़ा हैगा इस रीजन दे विच ही मिलदियां ने। कुछ कोस्टल एरिया दे विच ने, कुछ सी वीड्स ने, कुछ है ने, कुछ बीज यूज़ हुंदे ने, कुछ हुंदे ने, तो वो सारे भी जिहड़े इंडिया दे विच अवेलेबल है। कुछ जिहड़े हैगे ने फॉरन दे विच, जिद्दां अज ही मेरी कुछ 3 रेमडीज़ जिहड़ियां ने वो जिहड़ियां प्लांट्स ने वो फॉरन तो आ रहे हैं, तो वो फॉरन तो भी मंगाए जाते हैं। और ये कुछ मिथ एक इदां दा क्रिएट किया भी इन्हां नूं जड़ी बूटियां नूं ताज़ियां लैना है या फ्रैश लैना, वो एक मिथ है। नैचुरली एक प्लांट प्रोसैस का जिहड़ा तरीका होंदा वो प्लांट प्रोसैस है भी मॉइस्चर बकायदा सुका के सारा करके उन्होंने लो, उन्होंने स्टोर करके भी आप रख सकते हैं, और उन्होंने जिहड़ा हैगा आप इन फ्यूचर प्रोसैस करके भी रख सकते हैं। वो साढ़े कोल सारी अवेलेबल है, साड़ी फार्मेसी दे विच जिहड़ी अवेलेबल है, जो मर्जी आके कोई देख सकता है, और उन्होंने तो असीं आपदे खुद दे स्पैजरिक बनाउने और उन्होंने तो ही जिहड़ियां दवाइयां बन के डॉक्टर्स कोले जांदियां ने। दसो तुहाडा पंजाब प्लस दे नाल अटैचमेंट दा, और इस चैनल के माध्यम से जिहड़े भी दर्शक देख रहे हैं, चाहे पंजाब च बैठे, हरियाणा बैठे, हिमाचल बैठे आ, केबल के थ्रू देख लिया या ऑनलाइन जिहड़े भी सारे वर्ल्ड देख रहे हैं, उन्होंने मेरी एक तकीद है, एक बार तुसीं कोई भी प्रॉब्लम क्रॉनिक तुहाडे कोल हैगी तो डॉक्टर साहब नूं एक बार फोन जरूर करो। अगर हो सकता तुहाडे फोन दे नाल ही, क्योंकि डॉक्टर साहब दूजी दवाई बंद भी नहीं करते तुहाडी, और नाल भी अपनी जिहड़ी हैगी है, ये पैथी ऐसी पैथी आ जिहड़ी आपां, क्योंकि लोग चौथी स्टेज ते देखदे ये चीज़ां, जदों सारा कुछ फेल हो जाता उदों सोचदा यार चल यार हुण इलैक्ट्रोहोमोपैथ नूं भी जिहड़ा हैगा उन्हां नूं भी अटैचमेंट कर लो। अगर वो पहली सैकंड स्टेज ते आ जाण तां चौथी स्टेज आउंदी नहीं। की कहना चाहोगे? बिल्कुल सर, जे अर्ली स्टेजेस ते आ जाते हैं लोग, अर्ली जे साढ़े कोले आउंदे आ तो बड़ा वधिया मतलब जिहड़ा हैगा एक मिरेकलस रिजल्ट तो खैर एंड स्टेज ते भी हैगे ने। तो जिद्दां कि सानूं दिखाया भी असी भी साढ़े कोले जो भी असी ट्रीटमेंट करते हैं सारे दा डॉक्यूमेंटरी एविडेंस है। अगर कुछ क्लेम करते हैं तो वह भी डॉक्यूमेंटरी एविडेंस है। तो गुजारिश यही है पेशेंट्स नूं भी, अगर वो इनिशियल स्टेज ते साढ़े कोले आ जाते हैं तो साढ़े कोले ज़्यादा टाइम होंदा और ज़्यादा वधिया रिजल्ट्स असी प्रोवाइड कर सकते हैं। और मैं अपने लैवल के सारे इलैक्ट्रोहोमोपैथ्स नूं जिहड़े पंजाब च बैठे ने, चौधरा छड्ड के आपदे आप नूं लीडर छड्ड के, कि असी प्रधान असी चौधर, उन्होंने छड्ड के हिम्मत करो, वो भरावो एक पैथी ऐसी डिवेलप जिहड़ी कीती है जिहदे नाल तुसीं रोजी रोटी कमा रहे हो, लोगों को तुसीं आगे गाइड कर रहे हो। सारे ने मिल जाओ और मिल के जिहड़ा हैगा इहदा कोई ना कोई सोल्यूशन जिहड़ा हैगा, क्योंकि जदों एक 11 जो 2 जने मिल जाते 11 बन जाते। असीं देखिया कि 70 के करीब जिहड़े डॉक्टर्स आ जिहड़े इत्थे आए, 450 के करीब डॉक्टर्स डॉक्टर साहब नाल जुड़े हुए ने।
ਸਾਰਾ ਪੰਜਾਬ ਨੂੰ ਇਹ ਚਾਹੀਦਾ ਹੈਗਾ ਕਿ ਹੁਣ ਇਸ ਪੈਥੀ ਨੂੰ, ਕਿਉਂਕਿ ਹੁਣ ਲੋਹਾ ਪੂਰਾ ਗਰਮ ਹੈਗਾ, ਸੱਟ ਵੱਜ ਸਕਦੀ ਹੈਗੀ ਲੋਹੇ ਦੇ ਉੱਪਰ ਔਰ ਉਹ ਸੱਟ ਵੱਜੇ। ਤੁਹਾਡਾ ਸਰ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਫॉर ਕਮਿੰਗ ਸਰ। ਦੇ ਨਾਲ ਔਰ ਬੜੇ ਖੁਸ਼ ਮਿਜ਼ਾਜ ਢੰਗ ਦੇ ਨਾਲ ਅੱਜ ਤੁਸੀਂ ਇਹ ਸੈਮੀਨਾਰ ਅਟੈਂਡ ਕੀਤਾ ਔਰ ਬੜੇ ਸਿੰਪਲਿਸਿਟੀ ਨਾਲ, ਸਿੰਪਲ ਵਰਡਸ ਦੇ ਨਾਲ ਲੋਕਾਂ ਨੂੰ ਅਵੇਅਰ ਕੀਤਾ ਨਾਲ। ਔਰ ਡਾਕਟਰ ਸਾਹਿਬ ਦੀ ਜਿਹੜੀਆਂ ਜਿੱਦਾਂ ਕਹਿੰਦੇ ਨਾ ਵੀ ਉਹ ਆਸ਼ੀਰਵਾਦ ਪ੍ਰਾਪਤ ਦਾ ਜਿਹੜਾ ਬੰਦਾ, ਉਹ ਆਸ਼ੀਰਵਾਦ ਤੁਹਾਨੂੰ ਮਿਲਿਆ। ਬਿਲਕੁਲ ਜੀ ਬਿਲਕੁਲ। ਕਈ ਵਾਰੀ ਆਪ ਨੂੰ ਹੈਰਾਨੀ ਹੁੰਦੀ ਆ, ਇੰਨੇ ਜ਼ਬਰਦਸਤ ਰਿਜ਼ਲਟ ਆ। ਪਿੱਛੇ ਥੋੜ੍ਹੇ ਦਿਨ ਪਹਿਲਾਂ 10 ਕੁ ਦਿਨ ਪਹਿਲਾਂ ਮੇਰੀ ਕਲੀਨਿਕ ਤੇ ਇੱਕ ਪੇਸ਼ੈਂਟ ਆਇਆ, ਉਹਦਾ ਪਹਿਲਾਂ ਹੱਥ ਸੌਂਦਾ ਸੀ, ਫਿਰ ਪੈਰ ਸੌਣ ਲੱਗ ਪਿਆ, ਲੱਤ ਸੌਂ ਗਈ, ਫਿਰ ਸਾਰਾ ਪਾਸਾ ਸੌਂ ਗਿਆ। ਫੱਤੂ ਵਾਲੇ ਦਾ ਪੇਸ਼ੈਂਟ, ਫਿਰੋਜ਼ਪੁਰ ਦੇ ਨਾਲ ਪਿੰਡ, ਤੇ ਮਤਲਬ ਹੌਲੀ ਹੌਲੀ ਉਹਨਾਂ ਦੀ ਆਕਸੀਜਨ ਜਿਹੜੀ ਉਹ ਘਟਣੀ ਸ਼ੁਰੂ ਹੋ ਗਈ ਸੀ। ਅੱਜ 15-20 ਦਿਨ ਦੇ ਟ੍ਰੀਟਮੈਂਟ ਦੇ ਨਾਲ ਹੀ ਪਰਮਾਤਮਾ ਦੀ ਕਿਰਪਾ ਨਾਲ ਉਹ ਕਾਫੀ ਐਕਟਿਵ ਹੋ ਗਿਆ, ਹੱਥ ਪੈਰ ਉਹਦੇ ਹਿੱਲਣ ਲੱਗ ਗਏ ਆ। ਵੈਰੀਕੋਜ਼ ਵੇਨਸ ਵਾਲਾ ਅਸੀਂ ਫਾਰਮੂਲੇਸ਼ਨ ਸਰ ਨੇ ਬਣਾ ਕੇ ਦਿੱਤਾ, ਉਹ ਦਿੱਤਾ, ਤੇ ਕਾਫੀ ਅਟਰੈਕਟਿਵ ਨੇ। ਜਿਨ੍ਹਾਂ ਨੇ ਇੱਕ ਉਮੀਦ ਲਾਈ ਸੀ, ਤੇ ਇਹ ਬਹੁਤ ਵੱਡਾ ਕਰਿਸ਼ਮਾ ਹੈ। ਇਸ ਤਰ੍ਹਾਂ ਹੀ ਇੱਕ ਪਹਿਲਾਂ ਮੇਰੇ ਕੋਲੇ ਜੌਂਡਿਸ ਦਾ ਪੇਸ਼ੈਂਟ ਸੀ, ਉਹਨੂੰ ਵੀ 37.2, ਜਿਹਨੂੰ ਆਪਾਂ ਗਿਣ ਲੈਂਦੇ ਹਾਂ ਵੀ ਉਹ ਆਖਰੀ ਸਟੇਜ ਹੀ ਆ ਖਤਮ। ਉਹ ਮੇਰੇ ਪਿੰਡ ਦਾ ਹੀ ਆ ਬੰਦਾ, ਤੇ ਅੱਜ ਉਹ ਬਿਲਕੁਲ ਠੀਕ ਹੈ ਪਰਮਾਤਮਾ ਦੀ ਕਿਰਪਾ ਨਾਲ। OTPT ਵੀ ਨਾਰਮਲ। ਤੁਸੀਂ ਬੜਾ ਜਿਹੜਾ ਹੈਗਾ ਬੜੇ ਵੱਡੇ ਜਿਹੜੇ ਡਾਕਟਰ ਸਾਹਿਬ ਦੇ ਪ੍ਰੋਡਕਟ ਨੇ ਉਹ ਵੀ ਜੀ ਬਾਈਟ ਵੀ ਕਰਕੇ ਆਏ ਸੀ ਤੁਹਾਡੀ। ਬਿਲਕੁਲ ਜੀ ਬਿਲਕੁਲ, ਉਹਦਾ ਵੀ ਬਹੁਤ ਸਾਨੂੰ ਹੰਗਾਰਾ ਮਿਲਿਆ। ਅੱਜ ਵੀ ਜਿਹੜੇ ਆ ਨਾ, ਅਸੀਂ ਇਹਨਾਂ ਨੂੰ ਪੁੱਛ ਕੇ ਕਿਸੇ ਮੱਝ ਦਾ ਥਣ ਰੁਕ ਜਾਂਦਾ ਹੈ, ਗਾਂ ਮੱਝ ਦਾ, ਉਹਦੇ ਤੋਂ ਫਾਰਮੂਲੇਸ਼ਨ ਬਣਾ ਕੇ ਦਿੰਦੇ, ਔਰ ਉਹਦੇ ਬਹੁਤ ਜ਼ਬਰਦਸਤ ਰਿਜ਼ਲਟ ਆਉਂਦੇ ਨੇ ਸਾਨੂੰ। ਧੰਨਵਾਦ।